ਹੈਲੋ ਗਾਈਜ਼, ਵੈਲਕਮ ਟੂ ਯੂ ਇਨ ਹਾਈ-ਫਾਈ ਜੀਕੇ ਗੁਰੂ ਜੀ YouTube ਚੈਨਲ। ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਐਂਡ ਐਗਜ਼ਾਮ ਦੀ ਵਧੀਆ ਤਿਆਰੀ ਕਰ ਰਹੇ ਹੋਵੋਗੇ। ਜਿਵੇਂ ਕਿ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਮਾਸਟਰ ਕੈਡਰ ਦਾ ਐਗਜ਼ਾਮ ਆ ਜਿਹੜਾ ਉਹ ਵੀ ਜਲਦ ਹੋਣ ਵਾਲਾ ਹੀ ਹੈ, ਅਤੇ ਉਸੇ ਨੂੰ ਲੈ ਕੇ ਮੈਂ ਤੁਹਾਨੂੰ ਜਿਹੜਾ ਹੈਗਾ ਵਾ ਟੌਪਿਕ ਕਵਰ ਕਰਵਾ ਰਹੀ ਹਾਂ ਤਾਂ ਕਿ ਤੁਹਾਡਾ ਮਾਸਟਰ ਕੈਡਰ ਦਾ ਜਿਹੜਾ ਐਗਜ਼ਾਮ ਆ ਉਹ ਕਲੀਅਰ ਹੋ ਜਾਵੇ। ਟੌਪਿਕ ਮੈਂ ਤੁਹਾਨੂੰ ਕਰਵਾ ਰਹੀ ਹਾਂ 6th ਕਲਾਸ ਤੋਂ ਲੈ ਕੇ +2 ਕਲਾਸ ਤੱਕ ਦੀ ਹਿਸਟਰੀ ਪੰਜਾਬ ਬੋਰਡ ਦੀ। ਜਿਹੜਾ ਵੀ ਟੌਪਿਕ ਇਹਦੇ ਵਿੱਚ ਹੁੰਦਾ ਵਾ ਉਹਦੇ ਨਾਲ ਰਿਲੇਟਡ ਮੈਂ ਤੁਹਾਨੂੰ ਟੌਪਿਕ ਦੇ ਵਿੱਚ ਟੂ ਦਾ ਪੁਆਇੰਟ ਆਲ ਕੁਐਸਚਨ ਕਵਰ ਕਰਵਾਉਣੀ ਆ। ਇਹ ਨਹੀਂ ਹੈਗਾ ਕਿ ਤੁਹਾਨੂੰ ਮੈਂ 20-25 ਕੁਐਸਚਨ ਦੇ ਕੇ ਕਹਿ ਦੇਵਾਂ ਕਿ ਤੁਸੀਂ ਇਹਨਾਂ ਨੂੰ ਕਵਰ ਕਰ ਲਓ, ਇਹਦੇ ਨਾਲ ਤੁਹਾਡਾ ਐਗਜ਼ਾਮ ਕਲੀਅਰ ਹੋ ਜਾਏਗਾ। ਨੋਟ, ਤੁਸੀਂ ਕੀ ਆ ਕਿ ਟੂ ਦਾ ਪੁਆਇੰਟ ਸਾਰੇ ਕੁਐਸਚਨ ਆ ਜਿਹੜੇ ਉਹਨਾਂ ਦੀ ਰਿਵੀਜ਼ਨ ਕਰਨੀ ਆ ਤਾਂ ਕਿ ਐਗਜ਼ਾਮ ਦੇ ਵਿੱਚੋਂ ਇੱਕ ਵੀ ਕੁਐਸਚਨ ਆ ਜਿਹੜਾ ਤੁਹਾਡਾ ਬਾਹਰ ਨਾ ਜਾ ਸਕੇ, ਕਿਉਂਕਿ ਕੰਪੀਟੀਸ਼ਨ ਆ ਦੇਖੋ ਬਹੁਤ ਹਾਰਡ ਆ, ਕਿੰਨੇ ਜ਼ਿਆਦਾ ਕੈਂਡੀਡੇਟਸ ਨੇ ਐਂਡ ਪੋਸਟਾਂ ਜਿਹੜੀਆਂ ਨੇ ਉਹ ਕਿੰਨੀਆਂ ਘੱਟ ਨੇ। ਇਸ ਲਈ ਕੀ ਆ ਕਿ ਹਰੇਕ ਨੂੰ ਮਿਹਨਤ ਕਰਕੇ ਮੈਰਿਟ ਦੇ ਵਿੱਚ ਆਉਣਾ ਪੈਣਾ ਵਾ। ਮਿਹਨਤ ਲਈ ਕੀ ਹੈ ਕਿ ਤੁਸੀਂ ਜਿਹੜਾ ਹੈਗਾ ਆਲ ਸਿਲੇਬਸ ਆ ਉਹਨੂੰ ਚੰਗੀ ਤਰ੍ਹਾਂ ਕਵਰ ਕਰੋ। ਅਤੇ ਇੱਥੇ ਆਪਾਂ ਅੱਜ ਕਵਰ ਕਰਨਾ ਹੈ +1 ਕਲਾਸ ਦਾ 7th ਟੌਪਿਕ ਰਾਜਪੂਤ ਕਾਲ ਦੇ ਬਾਰੇ। ਠੀਕ ਹੈ, ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਇੰਨੇ ਦਿਨਾਂ ਬਾਅਦ ਵੀਡੀਓਜ਼ ਕਿਉਂ ਪਾਉਂਦੀ ਹਾਂ, ਕਿਉਂਕਿ ਦੇਖੋ ਮੈਂ ਵੀਡੀਓਜ਼ ਬਣਾਉਂਦੀ ਹਾਂ, ਠੀਕ ਹੈ, ਇੰਨੀ ਮਿਹਨਤ ਕਰਨੀ ਆ ਐਂਡ ਨਾਲ ਦੀ ਨਾਲ ਕੀ ਹੈ ਕਿ ਕੈਂਡੀਡੇਟਸ ਦੇਖਦੇ ਆ, ਸਿਰਫ ਆਪਣੇ ਲਈ ਦੇਖਦੇ ਆ, ਕੋਈ ਵੀ ਵੀਡੀਓ ਨੂੰ ਸ਼ੇਅਰ ਨਹੀਂ ਕਰ ਰਿਹਾ। ਸੋ ਪਲੀਜ਼ ਦੇਖਣ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਿਹੜੇ ਤੁਹਾਡੇ ਨਾਲ ਦੇ ਹੋਰ ਤਿਆਰੀ ਕਰ ਰਹੇ ਨੇ ਉਹਨਾਂ ਦਾ ਵੀ ਕੁਝ ਭਲਾ ਹੋ ਜਾਵੇ। ਠੀਕ ਹੈ, ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰੀਏ। ਰਾਜਪੂਤ ਕਾਲ ਦੇ ਬਾਰੇ ਆਪਾਂ ਪੜ੍ਹਨਾ ਹੈ। ਪਹਿਲਾਂ ਰਾਜਪੂਤ ਦੇਖੋ 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਦੇ ਸਮੇਂ ਦੌਰਾਨ ਕੀ ਆ ਕਿ ਉੱਤਰੀ ਭਾਰਤ ਵਿੱਚ ਵੱਖ-ਵੱਖ ਰਾਜਪੂਤ ਰਾਜੇ ਜਿਹੜੇ ਸੀ ਉਹਨਾਂ ਦਾ ਸ਼ਾਸਨ ਰਿਹਾ, ਅਤੇ ਇਸੇ ਕਾਰਨ ਕੀ ਆ ਵੀ ਇਹ ਜਿਹੜਾ ਕਾਲ ਆ 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਤੱਕ ਦਾ ਸਮਾਂ ਵਾ, ਇਤਿਹਾਸ ਦੇ ਵਿੱਚ ਇਹਨੂੰ ਰਾਜਪੂਤ ਕਾਲ ਦੇ ਨਾਮ ਨਾਲ ਜਾਣਿਆ ਜਾਂਦਾ। ਹੁਣ ਜਿਹੜਾ ਰਾਜਪੂਤ ਕਾਲ ਸੀ ਇਹਦੇ ਵਿੱਚ ਕਲਾ ਅਤੇ ਸਾਹਿਤ ਵਿੱਚ ਵੀ ਬਹੁਤ ਉੱਨਤੀ ਹੋਈ ਹੈ। ਠੀਕ ਆ, ਇਹ ਤੋਂ ਬਿਨਾਂ ਜਿਹੜਾ ਧਾਰਮਿਕ ਖੇਤਰ ਸੀ ਉਹਦੇ ਵਿੱਚ ਵੀ ਬਹੁਤ ਮਹੱਤਵਪੂਰਨ ਤਬਦੀਲੀਆਂ ਆਈਆਂ ਨੇ। ਅਤੇ ਇਹਨਾਂ ਦੇ ਟਾਈਮ ਵਿੱਚ ਹੀ ਕੀ ਸੀਗੇ ਜਿਹੜੇ ਅਰਬ ਸੀਗੇ, ਠੀਕ ਆ, ਉਹਨਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ। ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਇਸ ਲੈਸਨ ਦੇ ਵਿੱਚ ਅੱਜ ਪੜ੍ਹਨਾ ਵਾ। ਪਹਿਲਾ ਕੁਐਸਚਨ ਹੈ 8ਵੀਂ ਸਦੀ ਤੋਂ 9ਵੀਂ ਸਦੀ ਤੱਕ ਉੱਤਰੀ ਭਾਰਤ ਵਿੱਚ ਕਿਹੜੇ ਰਾਜ ਸਥਾਪਿਤ ਹੋਏ? ਰਾਜਪੂਤ ਰਾਜ। ਰਾਜਪੂਤ ਕਾਲ ਵਿੱਚ ਭਾਰਤ ਨੇ ਕਿਹੜੇ ਖੇਤਰ ਵਿੱਚ ਉੱਨਤੀ ਕੀਤੀ? ਕਲਾ ਅਤੇ ਸਾਹਿਤ ਦੇ ਖੇਤਰ ਵਿੱਚ। ਅਰਬ ਭਾਰਤ ਵਿੱਚ ਕਿਹੜੇ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਸਨ? ਇਸਲਾਮ ਧਰਮ ਦਾ। ਦੇਖੋ ਪਹਿਲਾਂ ਜਿਹੜੇ ਅਰਬ ਦੇ ਵਾਸੀ ਸੀਗੇ, ਠੀਕ ਆ, ਕਾਫੀ ਸਮੇਂ ਤੋਂ ਉਹਨਾਂ ਦੀ ਮਤਲਬ ਇਹ ਡਿਮਾਂਡ ਰਹੀ ਸੀ, ਉਹਨਾਂ ਦਾ ਇਹ ਸੁਪਨਾ ਰਿਹਾ ਸੀ ਕਿ ਉਹਨਾਂ ਨੇ ਭਾਰਤ ਨੂੰ ਆਪਣੇ ਅਧੀਨ ਕਰਨਾ ਵਾ, ਅਤੇ ਉਹ ਭਾਰਤ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਸੀਗੇ ਅਤੇ ਇੱਥੋਂ ਦੀ ਜਿਹੜੀ ਅਪਾਰ ਧਨ ਦੌਲਤ ਆ ਉਹ ਵੀ ਪ੍ਰਾਪਤ ਕਰਨਾ ਚਾਹੁੰਦੇ ਸੀਗੇ। ਇੱਕ ਵਾਰ ਕੀ ਹੋਇਆ ਕਿ 711 ਈਸਵੀ ਦੇ ਵਿੱਚ, ਠੀਕ ਆ, ਉਸ ਟਾਈਮ ਜਿਹੜਾ ਲੰਕਾ ਦਾ ਰਾਜਾ ਸੀ ਉਹਨੇ ਜਿਹੜਾ ਖਲੀਫਾ ਸੀਗਾ ਮੁਸਲਮਾਨਾਂ ਦਾ ਉਹਨੂੰ ਤੋਹਫੇ ਭੇਜੇ ਸੀਗੇ। ਉਹ ਤੋਹਫੇ ਜਿਹੜੇ ਸੀ ਸਮੁੰਦਰੀ ਜਹਾਜ਼ਾਂ ਰਾਹੀਂ ਲਿਜਾਏ ਜਾ ਰਹੇ ਸੀਗੇ। ਉਹ ਬੰਦਰਗਾਹ ਦਾ ਨਾਂ ਸੀ, ਕਰਾਚੀ ਦੇ ਨੇੜੇ ਸੀਗੀ ਬੰਦਰਗਾਹ, ਦੇਵਲ ਬੰਦਰਗਾਹ। ਠੀਕ ਆ, ਉੱਥੇ ਕੀ ਸੀਗਾ ਕਿ ਉਸ ਬੰਦਰਗਾਹ ਦੇ ਨੇੜੇ ਆ ਕੇ ਲੁਟੇਰੇ ਜਿਹੜੇ ਸੀ ਉਹਨਾਂ ਨੇ ਉਹ ਤੋਹਫਿਆਂ ਨੂੰ ਲੁੱਟ ਲਿਆ ਸੀਗਾ। ਅਤੇ ਹੁਣ ਜਿਹੜਾ ਖਲੀਫਾ ਸੀ ਜਾਂ ਜਿਹੜੇ ਅਰਬ ਸੀਗੇ ਉਹਨਾਂ ਨੇ ਇਹਦੀ ਜ਼ਿੰਮੇਵਾਰੀ ਕਿਹਦੇ 'ਤੇ ਸੁੱਟ ਤੀ? ਰਾਜਾ ਦਾਹਿਰ 'ਤੇ, ਕਿਉਂਕਿ ਉਸ ਟਾਈਮ ਦਾਹਿਰ ਜਿਹੜਾ ਸੀਗਾ ਉਹ ਸਿੰਧ ਦਾ ਰਾਜਾ ਸੀਗਾ। ਠੀਕ ਹੈ, ਪਰ ਜਿਹੜਾ ਦਾਹਿਰ ਸੀ ਉਹ ਕਹਿੰਦਾ ਸੀ ਕਿ ਜਿਹੜੀ ਦੇਵਲ ਦੀ ਬੰਦਰਗਾਹ ਵਾ ਉਹ ਮੇਰੇ ਅਧੀਨ ਨਹੀਂ ਹੈਗੀ। ਪਰ ਜਿਹੜੇ ਇਰਾਕ ਅਤੇ ਈਰਾਨ ਦੇ ਅਰਬ ਗਵਰਨਰ ਸੀਗੇ, ਠੀਕ ਆ, ਉਹਨਾਂ ਨੇ ਉਹਦੀ ਇਸ ਗੱਲ 'ਤੇ ਕੋਈ ਯਕੀਨ ਨਹੀਂ ਕੀਤਾ, ਉਹਦੀ ਗੱਲ ਸੁਣਨ ਤੋਂ ਇਨਕਾਰ ਕਰਤਾ। ਅਤੇ ਉਸ ਟਾਈਮ ਦਾ ਜਿਹੜਾ ਗਵਰਨਰ ਸੀਗਾ ਅਰਬ ਦਾ ਉਹ ਸੀਗਾ ਅਲ ਹਜਾਜ਼, ਉਹਦਾ ਨਾਮ ਸੀ ਅਲ ਹਜਾਜ਼। ਠੀਕ ਆ, ਉਹਨੇ ਦਾਹਿਰ ਦੀ ਗੱਲ ਸੁਣਨ ਤੋਂ ਇਨਕਾਰ ਕਰਤਾ ਸੀ ਅਤੇ ਇਹਨੇ ਕੀ ਸੀਗਾ ਵੀ ਅਲ ਹਜਾਜ਼ ਜਿਹੜਾ ਸੀਗਾ 711 ਈਸਵੀ ਦੇ ਅਖੀਰ ਵਿੱਚ ਇਹਨੇ ਮੁਹੰਮਦ ਬਿਨ ਕਾਸਿਮ ਜਿਹੜਾ ਸੀਗਾ ਉਹਨੂੰ ਸਿੰਧ 'ਤੇ ਹਮਲਾ ਕਰਨ ਦਾ ਆਦੇਸ਼ ਦੇਤਾ ਸੀਗਾ। ਅੱਗੇ ਕੰਟੀਨਿਊ ਕਰਦੇ ਹਾਂ। ਅਰਬਾਂ ਨੇ ਸਿੰਧ 'ਤੇ ਪਹਿਲਾ ਹਮਲਾ ਕਦੋਂ ਕੀਤਾ? 712 ਈਸਵੀ ਵਿੱਚ। ਅਰਬਾਂ ਨੇ ਕਿਸ ਦੀ ਅਗਵਾਈ ਹੇਠ ਭਾਰਤ 'ਤੇ ਪਹਿਲਾ ਹਮਲਾ ਕੀਤਾ? ਮੁਹੰਮਦ ਬਿਨ ਕਾਸਿਮ। ਅਤੇ ਮੁਹੰਮਦ ਬਿਨ ਕਾਸਿਮ ਨੂੰ ਕਿਹਨੇ ਭੇਜਿਆ ਸੀ? ਅਲ ਹਜਾਜ਼ ਨੇ। ਅਰਬਾਂ ਨੇ ਸਿੰਧ ਦੇ ਸ਼ਾਸਕ ਦਾਹਿਰ ਨੂੰ ਕਿਹੜੀ ਲੜਾਈ ਵਿੱਚ ਹਰਾਇਆ ਸੀ? ਰਾਵੜ ਦੀ ਲੜਾਈ ਵਿੱਚ। ਮੁਹੰਮਦ ਬਿਨ ਕਾਸਿਮ ਨੇ ਭਾਰਤ ਵਿੱਚ ਪਹਿਲਾ ਯੁੱਧ ਕਿਹੜੇ ਸ਼ਾਸਕ ਨਾਲ ਕੀਤਾ? ਦਾਹਿਰ ਨਾਲ। ਮੁਹੰਮਦ ਬਿਨ ਕਾਸਿਮ ਅਤੇ ਦਾਹਿਰ ਵਿਚਕਾਰ ਯੁੱਧ ਕਿੱਥੇ ਹੋਇਆ? ਰਾਵੜ ਵਿਖੇ। ਜਿਹੜਾ ਰਾਵੜ ਵਿਖੇ ਇਹਨਾਂ ਦੇ ਵਿਚਕਾਰ ਯੁੱਧ ਹੋਇਆ ਸੀ, ਇਸ ਯੁੱਧ ਦਾ ਕੀ ਨਤੀਜਾ ਨਿਕਲਿਆ ਕਿ ਯੁੱਧ ਵਿੱਚ ਦਾਹਿਰ ਮਾਰਿਆ ਗਿਆ
ਅਤੇ ਸਿੰਧ ਉੱਪਰ ਮੁਹੰਮਦ ਬਿਨ ਕਾਸਿਮ ਦਾ ਅਧਿਕਾਰ ਹੋ ਗਿਆ। ਮੁਹੰਮਦ ਬਿਨ ਕਾਸਿਮ ਨੇ ਮੁਲਤਾਨ ਉੱਤੇ ਕਦੋਂ ਜਿੱਤ ਪ੍ਰਾਪਤ ਕੀਤੀ? 713 ਈਸਵੀ ਵਿੱਚ। ਅਰਬਾਂ ਦੁਆਰਾ ਜਿੱਤਿਆ ਇਲਾਕਾ ਕਿਹੜੇ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਗਿਆ? ਮੁਲਤਾਨ ਅਤੇ ਮਨਸੂਰਾ ਨਾਂ ਦੇ 2 ਇਲਾਕਿਆਂ ਵਿੱਚ ਜਿਹੜਾ ਅਰਬਾਂ ਨੇ ਇਲਾਕਾ ਜਿੱਤਿਆ ਸੀ ਉਹ ਵੰਡਿਆ ਗਿਆ ਸੀਗਾ। ਅਤੇ ਜਿਹੜੀ ਅਰਬਾਂ ਦੀ ਇਹ ਜਿੱਤ ਸੀ ਭਾਰਤੀ ਇਤਿਹਾਸ ਵਿੱਚ ਮਤਲਬ ਇਹ ਕੋਈ ਵੀ ਮਤਲਬ ਆਪਾਂ ਜਿਵੇਂ ਕਹਿ ਦਈਏ ਕਿ ਕੋਈ ਉੱਚੀ ਘਟਨਾ ਨਹੀਂ ਮੰਨੀ ਗਈ, ਨੋਰਮਲ ਲਿਆ ਗਿਆ ਇਹਨੂੰ। ਠੀਕ ਹੈ। ਮਹਿਮੂਦ ਗਜਨਵੀ ਕਿੱਥੋਂ ਦਾ ਸ਼ਾਸਕ ਸੀ? ਗਜਨੀ ਦਾ। ਮਹਿਮੂਦ ਗਜਨਵੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? 971 ਈਸਵੀ ਦੇ ਵਿੱਚ ਗਜਨੀ ਦੇ ਵਿਖੇ ਮਹਿਮੂਦ ਗਜਨਵੀ ਜਿਹੜਾ ਸੀਗਾ ਉਹਦਾ ਜਨਮ ਹੋਇਆ ਸੀਗਾ। ਅਤੇ ਇਹਨੂੰ ਵੀ ਇਤਿਹਾਸ ਵਿੱਚ ਇੱਕ ਮਹਾਨ ਜੇਤੂ ਦੇ ਨਾਮ ਨਾਲ ਜਾਣਿਆ ਜਾਂਦਾ ਵਾ। ਮਹਿਮੂਦ ਗਜਨਵੀ ਕਿਸ ਦਾ ਪੁੱਤਰ ਸੀ? ਸੁਬਕਤਗੀਨ ਦਾ। ਸੁਬਕਤਗੀਨ ਕਿਸ ਜਾਤੀ ਨਾਲ ਸੰਬੰਧ ਰੱਖਦਾ ਸੀ? ਤੁਰਕ ਜਾਤੀ ਨਾਲ। ਸੁਬਕਤਗੀਨ ਨੇ ਮਹਿਮੂਦ ਗਜਨਵੀ ਨੂੰ ਕਿੱਥੋਂ ਦਾ ਸੂਬੇਦਾਰ ਨਿਯੁਕਤ ਕੀਤਾ? 994 ਈਸਵੀ ਦੇ ਵਿੱਚ ਸੁਬਕਤਗੀਨ ਨੇ ਇਹਨੂੰ ਖੁਰਾਸਾਨ ਦਾ ਜਿਹੜਾ ਸੀਗਾ ਸੂਬੇਦਾਰ ਨਿਯੁਕਤ ਕਰਤਾ ਸੀਗਾ। ਕਿਉਂ ਕੀਤਾ? ਕਿਉਂਕਿ ਜਿਹੜਾ ਮਹਿਮੂਦ ਗਜਨਵੀ ਸੀਗਾ ਠੀਕ ਆ, ਉਹ ਰਾਜਨੀਤੀ ਹੋ ਗਈ, ਰਣਨੀਤੀ ਹੋ ਗਈ ਅਤੇ ਕੂਟਨੀਤੀ ਹੋ ਗਈ, ਇਹਨਾਂ ਤਿੰਨੇ ਚੀਜ਼ਾਂ ਵਿੱਚ ਬਹੁਤ ਨਿਪੁੰਨ ਸੀ ਅਤੇ ਉਹਨੂੰ ਵਧੀਆ ਤਰ੍ਹਾਂ ਦੀ ਸਿੱਖਿਆ ਦਿੱਤੀ ਗਈ ਸੀਗੀ। ਇੱਕ ਮਹਾਨ ਯੋਧਾ ਬਣ ਗਿਆ ਸੀਗਾ ਉਹ। ਸੁਬਕਤਗੀਨ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ? 997 ਈਸਵੀ ਵਿੱਚ ਆਪਣੇ ਛੋਟੇ ਪੁੱਤਰ ਇਸਮਾਇਲ ਨੂੰ। ਸੁਬਕਤਗੀਨ ਨੇ ਮਹਿਮੂਦ ਗਜਨਵੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਿਉਂ ਨਹੀਂ ਕੀਤਾ? ਕਿਉਂਕਿ ਕਿਸੇ ਕਾਰਨ ਉਹਨਾਂ ਵਿੱਚ ਕੀ ਸੀ? ਮਤਭੇਦ ਹੋ ਗਿਆ ਸੀ। ਮਹਿਮੂਦ ਗਜਨਵੀ ਕਦੋਂ ਗਜਨੀ ਦਾ ਸ਼ਾਸਕ ਬਣਿਆ? 998 ਈਸਵੀ ਵਿੱਚ ਆਪਣੇ ਭਰਾ ਇਸਮਾਇਲ ਨੂੰ ਹਰਾ ਕੇ। ਮਹਿਮੂਦ ਗਜਨਵੀ ਦਾ ਸ਼ਾਸਨ ਕਾਲ ਦੱਸੋ। 998 ਤੋਂ ਲੈ ਕੇ 1030 ਈਸਵੀ ਤੱਕ ਮਹਿਮੂਦ ਗਜਨਵੀ ਦਾ ਸ਼ਾਸਨ ਰਿਹਾ। ਮਹਿਮੂਦ ਗਜਨਵੀ ਕਿਸ ਜਾਤੀ ਨਾਲ ਸੰਬੰਧ ਰੱਖਦਾ ਸੀ? ਤੁਰਕ ਜਾਤੀ ਦੇ ਨਾਲ। ਮਹਿਮੂਦ ਗਜਨਵੀ ਨੇ ਭਾਰਤ 'ਤੇ ਕਿੰਨੇ ਹਮਲੇ ਕੀਤੇ? ਜਿਹੜਾ ਮਹਿਮੂਦ ਗਜਨਵੀ ਸੀ ਉਹਨੇ ਭਾਰਤ 'ਤੇ ਘੱਟੋ ਘੱਟ 17 ਵਾਰ ਜਿਹੜਾ ਸੀ ਹਮਲਾ ਕੀਤਾ ਸੀ, 17 ਹਮਲੇ ਕੀਤੇ ਸੀ ਉਹਨੇ। ਮਹਿਮੂਦ ਗਜਨਵੀ ਨੇ ਕਿਹੜੇ ਸਮੇਂ ਦੌਰਾਨ ਭਾਰਤ 'ਤੇ ਹਮਲੇ ਕੀਤੇ? 1000 ਈਸਵੀ ਤੋਂ ਲੈ ਕੇ 1027 ਈਸਵੀ ਦੇ ਸਮੇਂ ਦੌਰਾਨ ਜਿਹੜਾ ਸੀ ਮਹਿਮੂਦ ਗਜਨਵੀ ਨੇ ਭਾਰਤ 'ਤੇ 17 ਵਾਰ ਹਮਲੇ ਕੀਤੇ ਅਤੇ ਇਹਨਾਂ ਹਮਲਿਆਂ ਵਿੱਚ ਉਹਨੂੰ ਕੀ ਸੀਗੀ? ਸਫਲਤਾ ਪ੍ਰਾਪਤ ਹੋਈ ਸੀ। ਪਰ ਜਿਹੜੇ ਉਹਦੇ ਹਮਲੇ ਸੀਗੇ ਭਾਰਤ ਲਈ ਉਹ ਕੀ ਸੀ? ਬਹੁਤ ਹੀ ਵਿਨਾਸ਼ਕਾਰੀ ਸਿੱਧ ਹੋਏ ਸੀਗੇ। ਮਹਿਮੂਦ ਗਜਨਵੀ ਨੇ ਭਾਰਤ 'ਤੇ ਪਹਿਲਾ ਹਮਲਾ ਕਦੋਂ ਕੀਤਾ? 1000 ਈਸਵੀ ਦੇ ਵਿੱਚ। ਦੇਖੋ 1000 ਈਸਵੀ ਦੇ ਵਿੱਚ ਜਿਹੜਾ ਮਹਿਮੂਦ ਗਜਨਵੀ ਸੀਗਾ ਉਹਨੇ ਭਾਰਤ 'ਤੇ ਪਹਿਲਾ ਹਮਲਾ ਕੀਤਾ ਸੀਗਾ। 1001 ਈਸਵੀ ਵਿੱਚ ਫਿਰ ਉਹਨੇ ਬਾਅਦ 'ਚ ਕੀ ਸੀਗਾ? ਪੰਜਾਬ ਦੇ ਹਿੰਦੂਸਾਈ ਸ਼ਾਸਕ ਜੈਪਾਲ 'ਤੇ ਹਮਲਾ ਕਰਤਾ ਸੀਗਾ। ਉਹ ਜੈਪਾਲ ਨੂੰ ਹਰਾ ਕੇ ਆਪਣੇ ਸਾਮਰਾਜ ਲਈ ਪੈਦਾ ਹੋਣ ਵਾਲੇ ਜਿਹੜਾ ਖਤਰਾ ਸੀ ਉਹਨੂੰ ਉਹਨੇ ਹਮੇਸ਼ਾ ਲਈ ਦੂਰ ਕਰਤਾ ਸੀਗਾ। ਜੈਪਾਲ ਕੌਣ ਸੀ? ਪੰਜਾਬ ਦੇ ਹਿੰਦੂਸ਼ਾਹੀ ਵੰਸ਼ ਦਾ ਸ਼ਾਸਕ। ਮਹਿਮੂਦ ਗਜਨਵੀ ਨੇ ਜੈਪਾਲ 'ਤੇ ਕਦੋਂ ਹਮਲਾ ਕੀਤਾ? 1001 ਈਸਵੀ ਵਿੱਚ। ਮਹਿਮੂਦ ਗਜਨਵੀ ਅਤੇ ਜੈਪਾਲ ਵਿਚਕਾਰ ਕਿੱਥੇ ਲੜਾਈ ਹੋਈ? ਪੇਸ਼ਾਵਰ ਦੇ ਨੇੜੇ ਵਹਿੰਦ ਵਿਖੇ। ਮਹਿਮੂਦ ਗਜਨਵੀ ਨੇ ਜੈਪਾਲ ਨੂੰ ਕਿਉਂ ਛੱਡ ਦਿੱਤਾ? 2.5 ਲੱਖ ਦੀਵਾਰਾਂ ਬਦਲੇ। ਇੱਥੇ ਮਿਸਪ੍ਰਿੰਟ ਹੋਇਆ 2.5 ਲੱਖ ਦਿਨਾਰਾਂ ਦੇ ਬਦਲੇ। ਠੀਕ ਆ, ਦਿਨਾਰ ਦੇ ਕੇ ਜਿਹੜਾ ਸੀ ਉਹਨੂੰ ਛੱਡਤਾ ਸੀ। ਦੇਖੋ ਕੀ ਹੋਇਆ ਸੀ ਕਿ ਜੈਪਾਲ ਜਿਹੜਾ ਸੀ ਇੱਕ ਵਿਸ਼ਾਲ ਫੌਜ ਲੈ ਕੇ ਮਹਿਮੂਦ ਗਜਨਵੀ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ ਸੀਗਾ ਅਤੇ ਪੇਸ਼ਾਵਰ ਦੇ ਨੇੜੇ ਵਹਿੰਦ ਨਾਂ ਦੀ ਜਗ੍ਹਾ ਸੀ ਜਿੱਥੇ ਦੋਨਾਂ ਵਿਚਕਾਰ ਲੜਾਈ ਹੋਈ ਸੀਗੀ। ਯੁੱਧ ਵਿੱਚ ਕੀ ਹੋਇਆ ਕਿ ਜੈਪਾਲ ਜਿਹੜਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਠੀਕ ਆ, ਕਿਉਂਕਿ ਉਹਦੇ ਵੱਡੀ ਗਿਣਤੀ ਵਿੱਚ ਸੈਨਿਕ ਤਾਂ ਮਾਰੇ ਗਏ ਸੀ। ਫਿਰ ਕੀ ਸੀਗਾ ਕਿ ਜੈਪਾਲ ਜਿਹੜਾ ਸੀਗਾ ਉਹਨੇ 2.5 ਲੱਖ ਜਿਹੜੇ ਦਿਨਾਰ ਸੀਗੇ ਉਹ ਉਹਨੂੰ ਦੇਤੇ ਸੀ, ਤਾਂ ਕਰਕੇ ਉਹਨੂੰ ਜੈਪਾਲ ਨੂੰ ਛੱਡਤਾ ਸੀਗਾ। ਠੀਕ ਹੈ, ਪਰ ਜੈਪਾਲ ਬਾਅਦ ਵਿੱਚ ਕੀ ਸੀਗਾ ਵੀ ਆਪਣਾ ਇਹ ਜਿਹੜਾ ਅਪਮਾਨ ਸੀ ਉਹਨੂੰ ਸਹਿਣ ਨਹੀਂ ਕਰ ਸਕਿਆ ਸੀ ਅਤੇ ਚਿਤਾ ਵਿੱਚ ਛੱਡ ਕੇ ਮਰ ਗਿਆ ਸੀ। ਉਹ ਤੋਂ ਬਾਅਦ ਉਹਦਾ ਪੁੱਤਰ ਜਿਹੜਾ ਸੀ ਆਨੰਦਪਾਲ ਉਹ ਗੱਦੀ 'ਤੇ ਬੈਠਾ ਸੀ। ਅੱਗੇ ਹੈ, ਹਾਰਨ ਤੋਂ ਬਾਅਦ ਜੈਪਾਲ ਨੇ ਕੀ ਕੀਤਾ? ਉਹ ਆਪਣੇ ਅਪਮਾਨ ਨੂੰ ਸਹਿਣ ਨਾ ਕਰ ਸਕਿਆ ਅਤੇ ਚਿਤਾ ਵਿੱਚ ਸੜ ਕੇ ਮਰ ਗਿਆ। ਜੈਪਾਲ ਦਾ ਉੱਤਰਾਧਿਕਾਰੀ ਕੌਣ ਬਣਿਆ? ਉਸ ਦਾ ਪੁੱਤਰ ਜਿਹੜਾ ਸੀ ਆਨੰਦਪਾਲ। ਮਹਿਮੂਦ ਗਜਨਵੀ ਨੇ ਮੁਲਤਾਨ 'ਤੇ ਕਦੋਂ ਹਮਲਾ ਕੀਤਾ? 1006 ਈਸਵੀ ਵਿੱਚ ਮੁਲਤਾਨ ਦੇ ਸ਼ਾਸਕ ਅਬੁਲ ਫਤਿਹ ਦਾਊਦ 'ਤੇ।
देखो ਜਿਹੜਾ ਮੁਲਤਾਨ ਦਾ ਸ਼ਾਸਕ ਸੀਗਾ ਕੌਣ ਸੀਗਾ? ਅਬੁਲ ਫਤਿਹ ਦਾਊਦ ਸੀਗਾ। ਉਹ ਕੀ ਸੀਗਾ? ਕਰਮਾਥੀ ਸੰਪਰਦਾਇ ਨਾਲ ਸੰਬੰਧ ਰੱਖਦਾ ਸੀਗਾ। ਮਹਿਮੂਦ ਜਿਹੜਾ ਸੀ ਉਹ ਕਰਮਾਥੀ ਸੰਪਰਦਾਇ ਤੋਂ ਨਫ਼ਰਤ ਕਰਦਾ ਸੀ। ਇਸ ਲਈ ਉਹਨੇ 1006 ਈਸਵੀ ਵਿੱਚ ਕੀ ਸੀਗਾ? ਮੁਲਤਾਨ 'ਤੇ ਹਮਲਾ ਕਰਤਾ ਸੀਗਾ ਅਤੇ ਦਾਊਦ ਜਿਹੜਾ ਸੀ ਉਹਨੂੰ ਹਰਾਤਾ ਸੀਗਾ। ਮਹਿਮੂਦ ਗਜ਼ਨਵੀ ਨੇ ਜਿਹੜਾ ਆਨੰਦਪਾਲ ਦੇ ਲੜਕਾ ਸੀਗਾ ਸੁਖਪਾਲ, ਠੀਕ ਆ, ਉਹਨੇ ਇਸਲਾਮ ਧਰਮ ਸਵੀਕਾਰ ਕਰ ਲਿਆ ਸੀ। ਉਹਨੂੰ ਮੁਲਤਾਨ ਦਾ ਗਵਰਨਰ ਨਿਯੁਕਤ ਕਰਤਾ ਸੀ। ਕਿਹਨੂੰ? ਸੁਖਪਾਲ ਨੂੰ, ਆਨੰਦਪਾਲ ਦਾ ਜਿਹੜਾ ਬੇਟਾ ਸੀਗਾ। ਇਹ ਯਾਦ ਰੱਖਣਾ ਵਾ। ਮਹਿਮੂਦ ਗਜ਼ਨਵੀ ਨੇ ਅਬੁਲ ਫਤਿਹ ਦਾਊਦ 'ਤੇ ਹਮਲਾ ਕਿਉਂ ਕੀਤਾ? ਕਿਉਂਕਿ ਉਹ ਕਰਮਾਥੀ ਸੰਪਰਦਾਇ ਨਾਲ ਸੰਬੰਧ ਰੱਖਦਾ ਸੀ। ਮਹਿਮੂਦ ਨੂੰ ਇਸ ਸੰਪਰਦਾਇ ਨਾਲ ਸਖਤ ਨਫ਼ਰਤ ਸੀ। ਮਹਿਮੂਦ ਗਜ਼ਨਵੀ ਨੇ ਮੁਲਤਾਨ ਦਾ ਗਵਰਨਰ ਕਿਸ ਨੂੰ ਨਿਯੁਕਤ ਕੀਤਾ? ਆਨੰਦਪਾਲ ਦੇ ਪੁੱਤਰ ਸੁਖਪਾਲ ਨੂੰ। ਕਿਹੜੇ ਸ਼ਾਸਕ ਨੇ ਮਹਿਮੂਦ ਗਜ਼ਨਵੀ ਵਿਰੁੱਧ ਹਿੰਦੂ ਸ਼ਾਸਤਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਅਪੀਲ ਕੀਤੀ? ਆਨੰਦਪਾਲ ਨੇ। ਦੇਖੋ ਇਹਦੇ ਵਿੱਚ ਕੀ ਹੋਇਆ ਸੀ ਵੀ ਜਿਹੜਾ ਆਨੰਦਪਾਲ ਸੀਗਾ, ਠੀਕ ਆ, ਉਹ ਮਹਿਮੂਦ ਗਜ਼ਨਵੀ ਤੋਂ ਆਪਣੇ ਪਿਤਾ ਦੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ। ਉਹਨੇ ਮਹਿਮੂਦ ਗਜ਼ਨਵੀ ਦੇ ਅਤਿਆਚਾਰੀ ਹਮਲਿਆਂ ਦਾ ਅੰਤ ਕਰਨ ਲਈ ਕੀ ਕੀਤਾ ਕਿ ਜਿਹੜੇ ਵੀ ਹਿੰਦੂ ਸ਼ਾਸਕ ਸੀ ਉਹਨਾਂ ਸਾਰਿਆਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਲਈ ਕਿਹਾ। ਉਹਦੇ ਵਿੱਚ ਹੁਣ ਕਿਹੜੇ ਕਿਹੜੇ ਜਿਹੜੇ ਆਪਾਂ ਕਹਿ ਦਈਏ ਵੀ ਰਾਜੇ ਆ ਗਏ ਸੀ? ਗਵਾਲੀਅਰ ਹੋ ਗਿਆ, ਉਜੈਨ ਹੋ ਗਿਆ, ਕਨੌਜ, ਕਲਿੰਜਰ, ਦਿੱਲੀ, ਅਜਮੇਰ, ਜਿੰਨੇ ਵੀ ਹਿੰਦੂ ਸ਼ਾਸਕ ਜਿਹੜੇ ਸੀਗੇ ਸਾਰਿਆਂ ਨੇ ਆਨੰਦਪਾਲ ਨੂੰ ਸਹਿਯੋਗ ਦਿੱਤਾ ਸੀ। ਮਹਿਮੂਦ ਗਜ਼ਨਵੀ ਨੇ ਹੁਣ ਇਹ ਜਿਹੜਾ ਸੰਘ ਸੀਗਾ ਇਹਨੂੰ ਸਬਕ ਸਿਖਾਉਣ ਦੇ ਉਦੇਸ਼ ਨਾਲ 1008 ਅਤੇ 9 ਈਸਵੀ ਦੇ ਵਿੱਚ ਪਿਸ਼ਾਵਰ ਦੇ ਨੇੜੇ ਹਮਲਾ ਕਰਤਾ ਸੀ। ਲੜਾਈ ਕਾਫੀ ਭਿਆਨਕ ਹੋਈ ਸੀ ਅਤੇ ਇਸ ਵਿੱਚ ਆਨੰਦਪਾਲ ਜਿਹੜਾ ਸੀ ਉਹਦੀ ਜਿੱਤ ਹੋਣ ਵਾਲੀ ਸੀਗੀ। ਬਟ ਕੀ ਹੋਇਆ ਕਿ ਅਚਾਨਕ ਜਿਹੜਾ ਸੀ ਬਰੂਦ ਫਟ ਜਾਣ ਨਾਲ ਉਹਦਾ ਹਾਥੀ ਜਿਹੜਾ ਸੀਗਾ ਆਨੰਦਪਾਲ ਦਾ, ਠੀਕ ਆ, ਉਹ ਯੁੱਧ ਖੇਤਰ 'ਚੋਂ ਦੌੜ ਗਿਆ। ਇਸ ਦੇ ਕਾਰਨ ਕੀ ਸੀ ਵੀ ਉਹਦੀਆਂ ਜਿਹੜੀਆਂ ਫੌਜਾਂ ਸੀ ਉਹਨਾਂ ਵਿੱਚ ਵੀ ਭਗਦੜ ਮੱਚ ਗਈ ਅਤੇ ਕਿਸੇ ਤਰ੍ਹਾਂ ਜਿਹੜਾ ਮਹਿਮੂਦ ਗਜ਼ਨਵੀ ਸੀਗਾ ਕਿਸਮਤ ਨੇ ਉਹਦਾ ਸਾਥ ਦਿੱਤਾ ਅਤੇ ਉਹ ਲੜਾਈ ਜਿੱਤਣ ਵਿੱਚ ਸਫਲ ਹੋ ਗਿਆ ਸੀ। ਦੇਖਦੇ ਇਹਦੇ ਨਾਲ ਰਿਲੇਟਡ ਕੁਐਸਚਨ ਅੱਗੇ। ਕਿੱਥੋਂ ਦੇ ਸ਼ਾਸਕ ਨੇ ਆਨੰਦਪਾਲ ਨੂੰ ਪੂਰਾ ਸਹਿਯੋਗ ਦਿੱਤਾ? ਗਵਾਲੀਅਰ, ਉਜੈਨ, ਕਨੌਜ, ਕਲਿੰਜਰ, ਦਿੱਲੀ ਅਤੇ ਅਜਮੇਰ ਦੇ ਸ਼ਾਸਕਾਂ ਨੇ। ਮਹਿਮੂਦ ਗਜ਼ਨਵੀ ਨੇ ਹਿੰਦੂ ਰਾਜਿਆਂ ਦੇ ਸੰਘ 'ਤੇ ਕਦੋਂ ਹਮਲਾ ਕੀਤਾ? 1008-9 ਈਸਵੀ ਦੇ ਵਿੱਚ। ਮਹਿਮੂਦ ਗਜ਼ਨਵੀ ਨੇ ਨਗਰਕੋਟ 'ਤੇ ਕਦੋਂ ਹਮਲਾ ਕੀਤਾ? 1009 ਈਸਵੀ ਵਿੱਚ ਅਤੇ ਇੱਥੋਂ ਦੇ ਮੰਦਰ ਵਿੱਚੋਂ ਅਪਾਰ ਧਨ ਦੌਲਤ ਲੁੱਟਿਆ। ਦੇਖੋ ਮਹਿਮੂਦ ਗਜ਼ਨਵੀ ਜਿਹੜਾ ਸੀ ਉਹਨੇ 1009 ਦੇ ਵਿੱਚ ਨਗਰਕੋਟ ਜਿਹੜਾ ਕਿ ਕਾਂਗੜਾ ਦੇ ਵਿੱਚ ਆ, ਉੱਤੇ ਹਮਲਾ ਕਰਤਾ ਸੀਗਾ। ਨਗਰਕੋਟ ਦੇ ਲੋਕਾਂ ਨੇ ਕੀ ਕੀਤਾ ਕਿ ਮਹਿਮੂਦ ਗਜ਼ਨਵੀ ਦੇ ਜਿਹੜੇ ਸੈਨਿਕ ਸੀਗੇ ਉਹਨਾਂ ਦਾ ਮੁਕਾਬਲਾ ਕੀਤਾ ਸੀ, ਠੀਕ ਆ, ਅਤੇ ਉਹ ਮੁਸਲਮਾਨਾਂ ਦਾ ਜਿਹੜਾ ਸੀਗਾ ਹੜ੍ਹ ਨੂੰ ਰੋਕ ਨਹੀਂ ਸਕਦੇ ਸੀ ਕਿਉਂਕਿ ਸੈਨਿਕਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ। ਇਸ ਕਰਕੇ ਉਹਨਾਂ ਨੇ ਆਪਦੀ ਹਾਰ ਆ ਜਿਹੜੀ ਉਹ ਸਵੀਕਾਰ ਕਰ ਲਈ ਸੀ। ਇਸ ਤੋਂ ਬਾਅਦ ਕੀ ਹੋਇਆ ਕਿ ਮਹਿਮੂਦ ਗਜ਼ਨਵੀ ਨੇ ਨਗਰਕੋਟ ਦੇ ਜਿਹੜੇ ਮੰਦਰ ਸੀਗੇ, ਠੀਕ ਆ, ਜਿੱਥੇ ਸਦੀਆਂ ਤੋਂ ਇਕੱਠਿਆ ਹੋਇਆ ਧਨ ਦੌਲਤ ਪਿਆ ਸੀ, ਉਹਨਾਂ ਨੂੰ ਲੁੱਟ ਲਿਆ ਅਤੇ ਇਸ ਮੰਦਰ ਵਿੱਚੋਂ ਉਹਨੇ 7 ਲੱਖ ਸੋਨੇ ਦੇ ਸਿੱਕੇ, 700 ਮਣ ਸੋਨਾ, ਚਾਂਦੀ ਦੇ ਗਹਿਣੇ, 20 ਮਣ ਬਹੁਮੁੱਲੇ ਹੀਰੇ ਜਵਾਹਰਾਤ, ਇੰਨਾ ਕੁਛ ਜਿਹੜਾ ਸੀ ਪ੍ਰਾਪਤ ਕੀਤਾ ਸੀ ਅਤੇ ਸ਼ਹਿਰ ਵਿੱਚ ਵੀ ਕਾਫੀ ਲੁੱਟਮਾਰ ਕੀਤੀ ਸੀਗੀ। ਅੱਗੇ ਹੈ ਮਹਿਮੂਦ ਗਜ਼ਨਵੀ ਨੇ ਮਥੁਰਾ ਅਤੇ ਕਨੌਜ 'ਤੇ ਕਦੋਂ ਹਮਲਾ ਕੀਤਾ? 1018 ਈਸਵੀ ਵਿੱਚ। ਕਨੌਜ ਦਾ ਸ਼ਾਸਕ ਉਸ ਟਾਈਮ ਦੇ ਜਿਹੜਾ ਸੀ ਰਾਜਪਾਲ ਸੀਗਾ ਉਹ ਕਾਇਰ ਨਿਕਲਿਆ। ਇਸ ਦੇ ਬਾਵਜੂਦ ਕੀ ਹੋਇਆ ਕਿ ਮਹਿਮੂਦ ਗਜ਼ਨਵੀ ਨੇ ਸ਼ਹਿਰ ਅਤੇ ਮੰਦਰਾਂ ਨੂੰ ਚੰਗੀ ਤਰ੍ਹਾਂ ਲੁੱਟਿਆ ਅਤੇ ਕਈ ਮੰਦਰ ਜਿਹੜੇ ਸੀ ਤਬਾਹ ਕਰਤੇ ਸੀਗੇ ਬਿਲਕੁਲ। ਅੱਗੇ ਹੈ ਮਹਿਮੂਦ ਗਜ਼ਨਵੀ ਨੇ ਕਲਿੰਜਰ 'ਤੇ ਕਦੋਂ ਹਮਲਾ ਕੀਤਾ? 1019 ਈਸਵੀ ਵਿੱਚ। ਉੱਥੋਂ ਦਾ ਰਾਜਾ ਵਿਦਿਆਧਰ ਯੁੱਧ ਖੇਤਰ ਵਿੱਚੋਂ ਦੌੜ ਗਿਆ। ਦੇਖੋ ਅਸਲ ਵਿੱਚ ਇਹਦੇ ਪਿੱਛੇ ਇੱਕ ਛੋਟੀ ਜਿਹੀ ਸਟੋਰੀ ਆ ਕਿ ਕਨੌਜ ਦਾ ਸ਼ਾਸਕ ਸੀ ਉਹਦਾ ਨਾਂ ਸੀਗਾ ਰਾਜਪਾਲ। ਰਾਜਪਾਲ ਜਿਹੜਾ ਸੀਗਾ ਉਹਨੇ ਮਹਿਮੂਦ ਗਜ਼ਨਵੀ ਦੀ ਅਧੀਨਤਾ ਸਵੀਕਾਰ ਕਰ ਲਈ ਸੀ ਅਤੇ ਇਹ ਗੱਲ ਜਿਹੜੀ ਸੀ ਕਲਿੰਜਰ ਦਾ ਸ਼ਾਸਕ ਵਿਦਿਆਧਰ ਅਤੇ ਹੋਰ ਜਿਹੜੇ ਰਾਜਪੂਤ ਸ਼ਾਸਕ ਸੀ ਉਹ ਬਰਦਾਸ਼ਤ ਨਹੀਂ ਕਰ ਸਕੇ ਸੀ। ਉਹ ਇਸ ਗੱਲ ਵਿੱਚ ਆਪਣਾ ਅਪਮਾਨ ਸਮਝਦੇ ਸੀਗੇ ਕਿ ਇਹਨੇ ਉਹਦੀ ਅਧੀਨਤਾ ਕਿਉਂ ਸਵੀਕਾਰ ਕੀਤੀ। ਹੁਣ ਜਿਹੜਾ ਕਲਿੰਜਰ ਦਾ ਸ਼ਾਸਕ ਸੀਗਾ ਕੌਣ ਸੀਗਾ? ਵਿਦਿਆਧਰ। ਵਿਦਿਆਧਰ ਨੇ ਕੀ ਕੀਤਾ ਕਿ ਉਹ ਗਵਾਲੀਅਰ ਦਾ ਰਾਜਾ ਜਿਹੜਾ ਸੀ ਉਸ ਟਾਈਮ ਦਾ, ਉਹਦਾ ਨਾਂ ਸੀ ਅਰਜੁਨ। ਇਹਦੇ ਸਹਿਯੋਗ ਨਾਲ ਵਿਦਿਆਧਰ ਨੇ ਕੀ ਕੀਤਾ? ਰਾਜਪਾਲ ਜਿਹੜਾ ਸੀਗਾ ਉਹ 'ਤੇ ਹਮਲਾ ਕਰ ਦਿੱਤਾ ਅਤੇ ਹਮਲੇ ਵਿੱਚ ਕੀ ਹੋਇਆ ਕਿ ਰਾਜਪਾਲ ਮਾਰਿਆ ਗਿਆ। ਰਾਜਪਾਲ ਜਿਹੜਾ ਸੀ ਇੱਕ ਪਾਸੇ ਤੋਂ ਉਹਨੇ ਮਹਿਮੂਦ ਗਜ਼ਨਵੀ ਦੀ ਅਧੀਨਤਾ ਸਵੀਕਾਰ ਕੀਤੀ ਹੋਈ ਸੀ, ਦੂਜੇ ਪਾਸੇ ਕੀ ਸੀਗਾ ਉਹ ਇਹਦਾ ਪ੍ਰਤੀਨਿਧੀ ਸੀਗਾ, ਠੀਕ ਆ। ਇਹਨੇ ਕਨੌਜ ਦੇ ਵਿੱਚ ਉਹਨੂੰ ਆਪਣਾ
ਪ੍ਰਤੀਨਿਧੀ ਨਿਯੁਕਤ ਕੀਤਾ ਹੋਇਆ ਸੀਗਾ ਮਹਿਮੂਦ ਗਜ਼ਨਵੀ ਨੇ। ਹੁਣ ਜਦੋਂ ਮਹਿਮੂਦ ਗਜ਼ਨਵੀ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਇਹਦੇ ਪ੍ਰਤੀਨਿਧੀ ਨੂੰ ਮਾਰਤਾ, ਤਾਂ ਉਹ ਵੀ ਇਹ ਗੱਲ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ, ਅਤੇ ਇਸੇ ਕਰਕੇ ਉਹਨੇ ਕੀ ਸੀਗਾ ਕਿ 1019 ਈਸਵੀ ਦੇ ਵਿੱਚ ਕਲਿੰਜਰ 'ਤੇ ਹਮਲਾ ਕਰਤਾ ਸੀ। ਕਲਿੰਜਰ ਦਾ ਜਿਹੜਾ ਰਾਜਾ ਵਿਦਿਆਧਰ ਸੀਗਾ, ਉਹ ਆਪਣੀ ਹਾਰ ਨੂੰ ਜਦੋਂ ਉਹਨੂੰ ਲੱਗਿਆ ਵੀ ਕਿ ਮੈਂ ਹਾਰਨ ਵਾਲਾ ਵਾ, ਤਾਂ ਯੁੱਧ ਦੇ ਖੇਤਰ ਵਿੱਚੋਂ ਦੌੜ ਗਿਆ ਸੀਗਾ, ਅਤੇ ਉਹਦੇ ਸੈਨਿਕ ਜਿਹੜੇ ਸੀ ਉਹਨਾਂ ਨੇ ਮਗਰੋਂ ਹਾਰ ਮੰਨ ਲਈ। ਅਤੇ ਉਹਦਾ ਜਿਹੜਾ ਪਿਓ ਸੀਗਾ ਉਹ ਸੀਗਾ ਰਾਜਾ ਗੰਡ। ਰਾਜਾ ਗੰਡ ਉਹਦਾ ਪਿਓ ਸੀਗਾ। ਉਹਨੇ ਕੀ ਕੀਤਾ ਕਿ ਬਾਅਦ ਵਿੱਚ ਮਹਿਮੂਦ ਗਜ਼ਨਵੀ ਦੇ ਨਾਲ ਸਮਝੌਤਾ ਕਰ ਲਿਆ। ਅੱਗੇ ਹੈ ਮਹਿਮੂਦ ਗਜ਼ਨਵੀ ਦਾ ਭਾਰਤ 'ਤੇ ਸਭ ਤੋਂ ਪ੍ਰਸਿੱਧ ਹਮਲਾ ਕਿਹੜਾ ਸੀ? ਦੇਖੋ, ਜੇ ਮਹਿਮੂਦ ਗਜ਼ਨਵੀ ਦੇ ਹਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪ੍ਰਸਿੱਧ ਹਮਲਾ ਉਹਦਾ ਕਿਹੜਾ ਸੀਗਾ? ਸੋਮਨਾਥ ਦਾ ਹਮਲਾ। ਅਤੇ ਜਿਹੜਾ ਸੋਮਨਾਥ ਦਾ ਮੰਦਿਰ ਆ ਉਹ ਕਿੱਥੇ ਆ? ਗੁਜਰਾਤ ਦੇ ਵਿੱਚ ਆ। ਜਿਹੜਾ ਇਹ ਸੋਮਨਾਥ ਦਾ ਮੰਦਿਰ ਆ ਨਾ, ਇਹ ਆਪਣੇ ਧਨ ਦੌਲਤ ਦੇ ਕਰਕੇ, ਮਤਲਬ ਇੰਨਾ ਜ਼ਿਆਦਾ ਧਨ ਦੌਲਤ ਸੀਗਾ ਇੱਥੇ, ਪੂਰੀ ਦੁਨੀਆ ਭਰ ਦੇ ਵਿੱਚ ਇਹ ਫੇਮਸ ਸੀਗਾ। ਅਤੇ ਮਹਿਮੂਦ ਗਜ਼ਨਵੀ ਜਿਹੜਾ ਸੀਗਾ ਉਹਦੀ ਕਾਫੀ ਟਾਈਮ ਤੋਂ ਇਹਦੇ 'ਤੇ ਨੀਤ ਸੀਗੀ, ਉਹਨੂੰ ਲਾਲਸਾ ਸੀ ਕਿ ਇਹਨੂੰ ਲੁੱਟਣਾ ਚਾਹੁੰਦਾ ਵਾ, ਇਹਦਾ ਧਨ ਦੌਲਤ ਜਿਹੜਾ ਉਹ ਪ੍ਰਾਪਤ ਕਰਨਾ ਚਾਹੁੰਦਾ ਵਾ। ਇਸੇ ਉਦੇਸ਼ ਦੇ ਨਾਲ ਉਹਨੇ ਕੀ ਕੀਤਾ ਕਿ ਸੋਮਨਾਥ ਦੇ ਉੱਪਰ ਹਮਲਾ ਕਰਤਾ। ਕਦੋਂ ਕੀਤਾ ਇਹ ਹਮਲਾ? ਉਹਨੇ 1025 ਈਸਵੀ ਦੇ ਵਿੱਚ ਹਮਲਾ ਕੀਤਾ, ਅਤੇ ਇਹ ਉਹਦਾ 16ਵਾਂ ਹਮਲਾ ਸੀਗਾ। ਇਹ ਯਾਦ ਰੱਖਣੀਆਂ ਦੋਨੇ ਗੱਲਾਂ ਤੁਸੀਂ ਨਾਲ। ਹੁਣ ਹਮਲਾ ਕਰਕੇ ਉਹਨੇ ਕੀ ਕੀਤਾ ਕਿ ਇੱਥੇ ਜਿੰਨਾ ਵੀ ਮਤਲਬ ਬੇਸ਼ੁਮਾਰ ਹੀਰੇ ਜਵਾਹਰਾਤ ਸੀਗੇ, ਹੋਰ ਧਨ ਦੌਲਤ ਜਿਹੜੇ ਸੀ ਉਹ ਸਾਰੇ ਪ੍ਰਾਪਤ ਕਰ ਲਏ। ਇੰਨਾ ਹੀ ਨਹੀਂ, ਮਤਲਬ ਲੁੱਟਣ ਤੋਂ ਬਾਅਦ ਉਹਨੇ ਇੱਕ ਹੋਰ ਐਡਾ ਬੇਰਹਿਮੀ ਦਾ ਕੰਮ ਕਰਿਆ ਕਿ ਜਿਹੜਾ ਸੋਮਨਾਥ ਦਾ ਮੰਦਿਰ ਸੀਗਾ ਉਹਨੂੰ ਬਿਲਕੁਲ ਤਬਾਹ ਕਰ ਦਿੱਤਾ ਸੀਗਾ। ਅਤੇ ਇਸੇ ਜਿੱਤ ਕਰਕੇ ਸਾਰੇ ਮੁਸਲਿਮ ਜਗਤ ਵਿੱਚ ਭਾਰੀ ਖੁਸ਼ੀ ਮਨਾਈ ਗਈ ਸੀਗੀ। ਅਤੇ ਜਿਹੜਾ ਖਲੀਫਾ ਸੀਗਾ ਉਹਨੇ ਵੀ ਜਿਹੜਾ ਮਹਿਮੂਦ ਗਜ਼ਨਵੀ ਸੀਗਾ ਉਹਨੂੰ ਕਾਫੀ ਤੋਹਫੇ ਅਤੇ ਖਿਤਾਬ ਦਿੱਤੇ ਸੀਗੇ ਇਸ ਜਿੱਤ ਦੇ ਵਿੱਚ, ਜਾਣੀ ਕਿ ਜਿੱਤ ਤੋਂ ਬਾਅਦ ਜਦੋਂ ਉਹਦੇ ਕੋਲ ਗਿਆ। ਅੱਗੇ ਦੇਖਦੇ ਇਹਦੇ ਨਾਲ ਰਿਲੇਟਡ ਕੁਐਸਚਨ। ਮਹਿਮੂਦ ਗਜ਼ਨਵੀ ਨੇ ਸੋਮਨਾਥ ਮੰਦਿਰ 'ਤੇ ਹਮਲਾ ਕਦੋਂ ਕੀਤਾ? 1025 ਈਸਵੀ ਵਿੱਚ। ਮਹਿਮੂਦ ਗਜ਼ਨਵੀ ਨੇ ਸੋਮਨਾਥ ਮੰਦਿਰ ਉੱਤੇ ਹਮਲਾ ਕਿਉਂ ਕੀਤਾ? ਸੋਮਨਾਥ ਮੰਦਿਰ ਦੀ ਦੌਲਤ ਕਾਰਨ। ਮਹਿਮੂਦ ਗਜ਼ਨਵੀ ਦਾ ਸੋਮਨਾਥ 'ਤੇ ਕੀਤਾ ਹਮਲਾ ਕਿੰਨਵਾਂ ਸੀ? 16ਵਾਂ ਹਮਲਾ ਸੀਗਾ ਉਹਦਾ। ਰਾਜਪੂਤਾਂ ਦੀ ਵਿਦੇਸ਼ੀ ਉਤਪੱਤੀ ਦਾ ਸਿਧਾਂਤ ਕਿਸਨੇ ਦਿੱਤਾ? ਦੇਖੋ, ਅੱਗੇ ਹੁਣ ਰਾਜਪੂਤਾਂ ਬਾਰੇ ਆ ਗਿਆ ਕਿ ਰਾਜਪੂਤ ਉਹਨਾਂ ਦੀ ਉਤਪੱਤੀ ਨੂੰ ਲੈ ਕੇ ਵੀ ਇਤਿਹਾਸਕਾਰ ਆ ਜਿਹੜੇ ਉਹਨਾਂ ਵਿੱਚ ਮਤਭੇਦ ਆ, ਅਲੱਗ-ਅਲੱਗ ਵਿਚਾਰ ਪੇਸ਼ ਕੀਤੇ ਆ ਸਾਰਿਆਂ ਨੇ ਆਪਣੇ। ਅਤੇ ਜਿਹੜਾ ਵਿਦੇਸ਼ੀ ਉਤਪੱਤੀ ਦਾ ਉਹ ਸਿਧਾਂਤ ਆ ਉਹ ਕਿਹਨੇ ਦਿੱਤਾ? ਕਰਨਲ ਟਾਡ ਨੇ ਦਿੱਤਾ ਵਾ, ਇਹ ਯਾਦ ਰੱਖਣਾ। ਹੁਣ ਇਹਨੇ ਜਿਹੜਾ ਇਹ ਸਿਧਾਂਤ ਦਿੱਤਾ ਵਾ, ਇਹਦੇ ਵਿੱਚ ਉਹਨੇ ਕੀ ਕਹਿਣਾ ਚਾਹਿਆ ਵਾ, ਠੀਕ ਆ। ਉਹ ਕਹਿੰਦੇ ਰਾਜਸਥਾਨ ਦੇ ਇਤਿਹਾਸ ਦੇ ਪ੍ਰਸਿੱਧ ਲੇਖਕ ਜਿਹੜਾ ਕਰਨਲ ਟਾਡ ਆ, ਉਹਦੇ ਅਕੋਰਡਿੰਗ ਕੀ ਆ ਵੀ ਰਾਜਪੂਤ ਆ ਜਿਹੜੇ ਉਹ ਵਿਦੇਸ਼ੀ ਜਾਤੀਆਂ ਦੀ ਸੰਤਾਨ ਆ। ਹੁਣ ਕਿਵੇਂ? ਕਹਿੰਦੇ ਜਿਹੜੇ ਸੱਕ ਹੋ ਗਏ, ਕੁਸ਼ਾਨ ਹੋ ਗਏ, ਹੂਣ ਹੋ ਗਏ, ਇਹ ਕੀ ਆ? ਵਿਦੇਸ਼ੀ ਕਬੀਲੇ ਸੀਗੇ। ਆਪਾਂ ਪੜ੍ਹੇ ਆ ਪਹਿਲਾਂ ਵੀ, ਠੀਕ ਆ। ਮੌਰੀਆ ਵੰਸ਼ ਦੇ ਟਾਈਮ ਵੀ ਪੜ੍ਹੇ ਆ, ਗੁਪਤ ਵੰਸ਼ ਦੇ ਟਾਈਮ ਵੀ ਪੜ੍ਹਿਆ ਕਿ ਇਹ ਵਿਦੇਸ਼ੀ ਸੀਗੇ। ਇਹਨਾਂ ਨੇ ਆ ਕੇ ਭਾਰਤ 'ਤੇ ਮਤਲਬ ਉਹਨਾਂ ਨੂੰ ਰਾਜਿਆਂ ਨੂੰ ਹਰਾ ਕੇ ਛੋਟੇ ਛੋਟੇ ਇਲਾਕਿਆਂ ਵਿੱਚ ਆ ਕੇ ਰਹਿਣ ਲੱਗ ਗਏ ਸੀਗੇ। ਫਿਰ ਇਹ ਵਿਦੇਸ਼ੀ ਹੋਏ ਨਾ, ਤਾਂ ਇਹਨਾਂ ਨੇ ਕੀ ਕੀਤਾ ਵੀ ਭਾਰਤੀਆਂ ਨਾਲ ਵਿਆਹ ਸੰਬੰਧ ਕਾਇਮ ਕਰ ਲਏ, ਅਤੇ ਨਾਲ ਹੀ ਨਾਲ ਇਹਨਾਂ ਦੇ ਰੀਤੀ ਰਿਵਾਜ਼ਾਂ ਨੂੰ ਵੀ ਅਪਣਾ ਲਿਆ। ਭਾਰਤੀ ਸਮਾਜ ਦੇ ਇੱਕ ਤਰ੍ਹਾਂ ਨਾਲ ਇੱਕ ਅਭਿੰਨ ਅੰਗ ਬਣ ਗਏ ਹੁਣ ਇਹ। ਅਤੇ ਇਹਨਾਂ ਨੇ ਫਿਰ ਕੀ ਕੀਤਾ ਕਿ ਹੁਣ ਜਦੋਂ ਇਹਨਾਂ ਨੇ ਭਾਰਤੀਆਂ ਨਾਲ ਵਿਆਹ ਸੰਬੰਧ ਸਥਾਪਿਤ ਕਰ ਲਏ, ਤਾਂ ਇਹਨਾਂ ਦੀ ਜਿਹੜੀ ਸੰਤਾਨ ਪੈਦਾ ਹੋਈ ਉਹ ਬਹੁਤ ਬਹਾਦਰ ਸੀਗੀ, ਅਤੇ ਉਹਨਾਂ ਨੂੰ ਹੀ ਰਾਜਪੂਤ ਕਿਹਾ ਜਾਣ ਲੱਗ ਪਿਆ ਸੀਗਾ। ਰਾਜਪੂਤਾਂ ਵਿੱਚ ਕਹਿੰਦੇ ਪ੍ਰਚਲਿਤ, ਜਿਵੇਂ ਆਪਾਂ ਕਹਿ ਦਈਏ ਵੀ ਸੂਰਜ ਦੀ ਪੂਜਾ ਹੋ ਗਈ, ਅਗਨੀ ਪੂਜਾ ਹੋ ਗਈ, ਅਸ਼ਵਮੇਧ ਯੱਗ ਹੋ ਗਏ, ਇਹ ਸਾਰੇ ਕੌਣ ਕਰਦਾ ਸੀ? ਕਹਿੰਦੇ ਵਿਦੇਸ਼ੀ ਜਾਤੀਆਂ ਕਰਦੀਆਂ ਸੀਗੀਆਂ, ਇਹ ਉਹਨਾਂ ਤੋਂ ਹੀ ਲਏ ਗਏ ਆ, ਠੀਕ ਆ। ਇੱਕ ਦਲੀਲ ਉਹਨਾਂ ਨੇ ਹੋਰ ਦਿੱਤੀ ਆ ਕਿ ਭਾਰਤ ਦੇ ਪੁਰਾਤਨ ਇਤਿਹਾਸ ਦੇ ਵਿੱਚ ਰਾਜਪੂਤਾਂ ਦਾ ਨਾਮ ਆ ਜਿਹੜਾ ਉਹ ਕਿਤੇ ਨਹੀਂ ਮਿਲਦਾ ਹੈਗਾ। ਇਸੇ ਕਰਕੇ ਕਰਨਲ ਟਾਡ ਦਾ ਕਹਿਣਾ ਵਾ ਕਿ ਜਿਹੜੇ ਰਾਜਪੂਤ ਨੇ ਅਸਲ ਵਿੱਚ ਉਹ ਕੀ ਆ? ਵਿਦੇਸ਼ੀ ਜਾਤੀਆਂ ਨੇ। ਇਹਨਾਂ ਨਾਲ ਰਿਲੇਟਡ ਕੁਐਸਚਨ ਕਵਰ ਕਰਦੇ ਆਪਾਂ। ਰਾਜਪੂਤਾਂ ਵਿੱਚ ਪ੍ਰਚਲਿਤ ਕਿਹੜੀਆਂ ਰਸਮਾਂ ਵਿਦੇਸ਼ੀ ਜਾਤੀਆਂ ਤੋਂ ਲਈਆਂ ਗਈਆਂ ਹਨ? ਸੂਰਜ ਪੂਜਾ, ਅਗਨੀ ਪੂਜਾ, ਅਸ਼ਵਮੇਧ ਯੱਗ। ਰਾਜਪੂਤਾਂ ਦੀ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਉਤਪੱਤੀ ਦਾ ਸਿਧਾਂਤ ਕਿਸਨੇ ਦਿੱਤਾ ਹੈ? ਵੇਦ ਵਿਆਸ, CV ਵੈਦਿਆ ਅਤੇ ਗੌਰੀ ਸ਼ੰਕਰ ਓਝਾ ਨੇ। ਦੇਖੋ, ਇਹਨਾਂ ਨੇ ਕਿਹਾ ਕਿ ਜਿਹੜੇ ਰਾਜਪੂਤ ਨੇ ਉਹ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਆ। ਕਿਹਨੇ ਕਿਹਾ ਵਾ? ਤਿੰਨਾਂ ਦੇ ਨਾਮ ਤੁਸੀਂ ਯਾਦ ਰੱਖ ਲੈਣੇ ਆ, ਵੇਦ ਵਿਆਸ, CV ਵੈਦਿਆ ਅਤੇ ਗੌਰੀ ਸ਼ੰਕਰ ਓਝਾ ਨੇ। ਹੁਣ ਇਹਨਾਂ ਨੇ ਕਿਵੇਂ ਕਿਹਾ ਵਾ? ਕਰਨਲ ਟਾਡ ਦਾ ਜਿਹੜਾ ਵਿਚਾਰ ਉਹਦੇ ਨਾਲ ਸਹਿਮਤ ਨਹੀਂ ਹੈਗੇ, ਠੀਕ ਆ। ਇਹਨਾਂ ਦੇ ਮਤ ਅਨੁਸਾਰ ਕੀ ਆ ਵੀ ਰਾਜਪੂਤ ਆ ਕਹਿੰਦੇ ਵਿਦੇਸ਼ੀ ਨਹੀਂ ਹੈਗੇ, ਬਲਕਿ ਉਹ ਕੀ ਆ? ਪ੍ਰਾਚੀਨ ਕਾਲ ਦੇ ਕਸ਼ੱਤਰੀ ਜਾਤੀ ਦੇ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਪਰਿਵਾਰਾਂ ਨਾਲ ਸੰਬੰਧਿਤ ਨੇ। ਹੁਣ ਇਸ ਮਤ ਨੂੰ ਲੈ ਕੇ ਉਹਨਾਂ ਨੇ ਦਲੀਲਾਂ ਜਿਹੜੀਆਂ ਦਿੱਤੀਆਂ ਨੇ, ਪਹਿਲੇ ਨੰਬਰ 'ਤੇ ਉਹਨਾਂ ਨੇ ਕਿਹਾ
ਕਿ ਰਾਜਪੂਤਾਂ ਦਾ ਜਿਹੜਾ ਸਰੀਰਕ ਆਕਾਰ ਆ, ਠੀਕ ਆ, ਉਹ ਵਿਦੇਸ਼ੀਆਂ ਦੀ ਥਾਂ ਆਰੀਆਂ ਨਾਲ ਵਧੇਰੇ ਮਿਲਦਾ ਜੁਲਦਾ ਵਾ। ਦੂਜਾ ਉਹਨਾਂ ਨੇ ਕਿਹਾ ਵੀ ਰਾਜਪੂਤਾਂ ਦੀ ਅਗਨੀ ਪੂਜਾ ਹੋ ਗਿਆ, ਸੂਰਜ ਪੂਜਾ ਹੋ ਗਿਆ ਅਤੇ ਅਸ਼ਵਮੇਧ ਯੱਗ ਆ ਜਿਹੜੇ ਉਹ ਆਦਿ ਪ੍ਰਾਚੀਨ ਕਾਲ ਵਿੱਚ ਵੀ ਪ੍ਰਚਲਿਤ ਸੀਗੇ ਅਤੇ ਰਾਜਪੂਤਾਂ ਨੇ ਇਹਨਾਂ ਰਿਵਾਜ਼ਾਂ ਨੂੰ ਵਿਦੇਸ਼ੀਆਂ ਤੋਂ ਨਹੀਂ ਅਪਣਾਇਆ ਸੀਗਾ। ਫਿਰ ਉਹਨਾਂ ਨੇ ਕਿਹਾ ਕਿ 9ਵੀਂ ਅਤੇ 10ਵੀਂ ਸਦੀ ਦੇ ਰਾਜਪੂਤ ਸ਼ਾਸਕਾਂ ਨੇ ਕੀ ਆ, ਸ਼ਿਲਾਲੇਖਾਂ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਕਸ਼ੱਤਰੀ ਸਨ। ਇਹ ਤੋਂ ਬਿਨਾਂ ਕਹਿੰਦੇ ਜੈਪੁਰ ਹੋ ਗਿਆ, ਜੈਸਲਮੇਰ ਹੋ ਗਿਆ, ਮੇਵਾੜ ਅਤੇ ਬੀਕਾਨੇਰ, ਇਹਨਾਂ ਰਾਜਾਂ ਦੇ ਜਿਹੜੇ ਰਾਜਪੂਤ ਰਾਜੇ ਨੇ ਉਹ ਬੜੇ ਮਾਣ ਨਾਲ ਇਸ ਗੱਲ ਦਾ ਦਾਅਵਾ ਕਰਦੇ ਆ ਕਿ ਉਹ ਕੀ ਆ, ਰਾਮ ਅਤੇ ਕ੍ਰਿਸ਼ਨ ਦੇ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਘਰਾਣਿਆਂ ਵਿੱਚੋਂ ਨੇ। ਇਹ ਦਲੀਲਾਂ ਜਿਹੜੀਆਂ ਨੇ ਉਹਨਾਂ ਨੇ ਦਿੱਤੀਆਂ ਨੇ। ਅੱਗੇ ਹੈ, ਕਿਹੜੇ ਰਾਜਪੂਤ ਆਪਣੇ ਆਪ ਨੂੰ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਘਰਾਣਿਆਂ ਵਿੱਚੋਂ ਹੋਣ ਦਾ ਦਾਅਵਾ ਕਰਦੇ ਹਨ? ਜੈਪੁਰ, ਜੈਸਲਮੇਰ, ਮੇਵਾੜ ਅਤੇ ਬੀਕਾਨੇਰ ਰਾਜਾਂ ਦੇ ਜਿਹੜੇ ਰਾਜੇ ਨੇ ਉਹ। ਰਾਜਪੂਤਾਂ ਦੀ ਅਗਨੀਕੁਲ ਉਤਪੱਤੀ ਦਾ ਸਿਧਾਂਤ ਕਿਸਨੇ ਦਿੱਤਾ? ਚੰਦ ਬਰਦਾਈ ਨੇ ਆਪਣੀ ਪੁਸਤਕ ਪ੍ਰਿਥਵੀ ਰਾਜ ਰਾਸੋ ਦੇ ਵਿੱਚ। ਦੇਖੋ ਚੰਦ ਬਰਦਾਈ ਜਿਹੜਾ ਸੀਗਾ ਉਹ ਪ੍ਰਿਥਵੀ ਰਾਜ ਚੌਹਾਨ ਦਾ ਰਾਜ ਕਵੀ ਸੀਗਾ, ਠੀਕ ਆ। ਹੁਣ ਇਹਦੇ ਅਕੋਰਡਿੰਗ ਆ ਜਿਹੜਾ ਕਿ ਰਾਜਪੂਤਾਂ ਦੀ ਉਤਪੱਤੀ ਕਿਵੇਂ ਹੋਈ ਆ, ਅਗਨੀਕੁਲ ਸਿਧਾਂਤ ਤੋਂ ਹੋਈ ਆ, ਠੀਕ ਆ। ਉਹ ਸਿਧਾਂਤ ਮੰਨਦੇ ਆ ਇਹ। ਇਹਨੇ ਕਿਹਾ ਕਿ ਜਿਹੜਾ ਪਰਸ਼ੂਰਾਮ ਸੀਗਾ, ਠੀਕ ਆ, ਪਰਸ਼ੂਰਾਮ ਨੇ ਜਦੋਂ ਸਾਰੇ ਕਸ਼ੱਤਰੀਆਂ ਦਾ ਨਾਸ਼ ਕਰਤਾ ਤਾਂ ਬ੍ਰਾਹਮਣਾਂ ਨੂੰ ਕੀ ਸੀ, ਆਪਦੀ ਰੱਖਿਆ ਲਈ ਕਿਸੇ ਬਲਵਾਨ ਜਾਤੀ ਦੀ ਲੋੜ ਮਹਿਸੂਸ ਹੋਈ। ਇਸ ਲਈ ਕੀ ਸੀਗਾ ਕਿ ਬਹੁਤ ਸਾਰੇ ਬ੍ਰਾਹਮਣਾਂ ਨੇ ਇਕੱਠੇ ਹੋ ਕੇ ਆਬੂ ਪਰਬਤ ਜਿਹੜਾ ਰਾਜਸਥਾਨ ਦੇ ਵਿੱਚ ਆ 40 ਦਿਨਾਂ ਤੱਕ ਉੱਥੇ ਕਹਿੰਦੇ ਮਹਾਨ ਯੱਗ ਕੀਤਾ ਅਤੇ ਅੰਤ ਵਿੱਚ ਉਹਨਾਂ ਦਾ ਯੱਗ ਜਿਹੜਾ ਸੀਗਾ ਉਹ ਸਫਲ ਹੋ ਗਿਆ ਅਤੇ ਪਵਿੱਤਰ ਅਗਨੀ ਦੇ ਵਿੱਚੋਂ 4 ਯੋਧੇ ਪੈਦਾ ਹੋਏ ਜਿਨ੍ਹਾਂ ਨੇ 4 ਰਾਜਪੂਤ ਵੰਸ਼ਾਂ ਪਰਮਾਰ, ਪਰਿਹਾਰ, ਚੌਹਾਨ ਅਤੇ ਚਾਲੁਕਿਆ ਦਾ ਜਿਹੜਾ ਸੀ ਕਹਿੰਦੇ ਨੀਂਹ ਰੱਖੀ। ਅੱਗੇ ਹੈ, ਰਾਜਪੂਤ ਸ਼ਬਦ ਤੋਂ ਕੀ ਭਾਵ ਹੈ? ਰਾਜਿਆਂ ਦੇ ਪੁੱਤਰ। ਅਗਨੀਕੁਲ ਸਿਧਾਂਤ ਕਿਸ ਪੁਸਤਕ ਵਿੱਚੋਂ ਲਿਆ ਗਿਆ ਹੈ? ਪ੍ਰਿਥਵੀ ਰਾਜ ਰਾਸੋ। ਰਾਜਪੂਤਾਂ ਦਾ ਅਗਨੀਕੁਲ ਸਿਧਾਂਤ ਕਿਸਨੇ ਪੇਸ਼ ਕੀਤਾ ਸੀ? ਚੰਦ ਬਰਦਾਈ ਨੇ। ਪ੍ਰਿਥਵੀ ਰਾਜ ਰਾਸੋ ਦਾ ਲੇਖਕ ਕੌਣ ਹੈ? ਚੰਦ ਬਰਦਾਈ। ਅਗਨੀਕੁਲ ਸਿਧਾਂਤ ਅਨੁਸਾਰ ਰਾਜਪੂਤਾਂ ਦੀ ਉਤਪੱਤੀ ਕਿੱਥੋਂ ਹੋਈ ਹੈ? ਅਗਨੀ ਤੋਂ। ਰਾਜਪੂਤਾਂ ਦੀ ਉਤਪੱਤੀ ਲਈ ਕਿਹੜੇ ਪਰਬਤ 'ਤੇ ਯੱਗ ਕੀਤਾ ਗਿਆ? ਆਬੂ ਪਰਬਤ 'ਤੇ। ਆਬੂ ਪਰਬਤ 'ਤੇ ਯੱਗ ਕਿੰਨਾ ਸਮਾਂ ਚੱਲਿਆ? 40 ਦਿਨ। ਮਿਸ਼ਰਤ ਜਾਤੀ ਦੀ ਉਤਪੱਤੀ ਦਾ ਸਿਧਾਂਤ ਕਿਸ ਦੁਆਰਾ ਦਿੱਤਾ ਗਿਆ? ਡਾਕਟਰ B.A. ਸਮਿਥ ਦੁਆਰਾ। ਦੇਖੋ ਇਹ ਕਹਿੰਦਾ ਜਿਹੜੇ ਰਾਜਪੂਤ ਸੀ ਨਾ ਤਾਂ ਉਹ ਪੂਰਨ ਤੌਰ 'ਤੇ ਭਾਰਤੀ ਸੀਗੇ ਅਤੇ ਨਾ ਹੀ ਉਹ ਪੂਰਨ ਤੌਰ 'ਤੇ ਵਿਦੇਸ਼ੀ ਸੀਗੇ, ਬਲਕਿ ਕੀ ਸੀ, ਦੋਹਾਂ ਦੇ ਮਿਸ਼ਰਣ ਨਾਲ ਪੈਦਾ ਹੋਏ ਸੀ। ਉਹਨਾਂ ਨੇ ਕੀ ਸੀਗਾ ਕਿ ਭਾਰਤੀਆਂ ਨਾਲ ਵਿਆਹ ਸੰਬੰਧ ਸਥਾਪਿਤ ਕਰ ਲਏ ਸੀ ਅਤੇ ਇਸ ਤੋਂ ਬਾਅਦ ਵਿੱਚ ਕੀ ਸੀਗਾ ਵੀ ਚੌਹਾਨ, ਪਰਮਾਰ, ਪ੍ਰਤਿਹਾਰ, ਸ਼ਿਸ਼ੋਦੀ ਅਤੇ ਰਾਜਪੂਤ ਵੰਸ਼ਾਂ ਦੀ ਉਤਪੱਤੀ ਹੋਈ। ਇਹ ਤੋਂ ਬਿਨਾਂ ਉਹਨੇ ਕੀ ਕਿਹਾ ਕਿ ਚੰਦੇਲ, ਰਠੌਰ ਅਤੇ ਕਲਚੁਰੀ ਆਦਿ ਜਿਹੜੇ ਰਾਜਪੂਤ ਵੰਸ਼ ਨੇ, ਠੀਕ ਆ, ਇਹਨਾਂ ਦੀ ਉਤਪੱਤੀ ਹੈ ਜਿਹੜੀ ਗੌਂਡ, ਭਾਰ, ਕੌਲ ਆਦਿ ਭਾਰਤੀ ਜਾਤੀਆਂ ਦੇ ਮੇਲ ਜੋਲ ਨਾਲ ਹੋਈ ਆ। ਅੱਗੇ ਹੈ, ਪ੍ਰਤਿਹਾਰ ਵੰਸ਼ ਦੀ ਨੀਂਹ ਕਿਸਨੇ ਰੱਖੀ? ਨਾਗਭੱਟ ਪਹਿਲੇ ਨੇ। ਹੁਣ ਅੱਗੇ ਜਿਹੜੇ ਰਾਜਪੂਤਾਂ ਦੇ ਮਹਾਨ ਵੰਸ਼ ਹੋਏ ਆਪਾਂ ਉਹਨਾਂ ਬਾਰੇ ਪੜ੍ਹਨਾ ਵਾ, ਜਿਹਦੇ ਵਿੱਚ ਪ੍ਰਤਿਹਾਰ ਹੋ ਗਿਆ, ਪਰਮਾਰ ਹੋ ਗਿਆ, ਸੋਲੰਕੀ ਵੰਸ਼ ਹੋ ਗਿਆ, ਚੌਹਾਨ ਵੰਸ਼ ਹੋ ਗਿਆ, ਠੀਕ ਹੈ। ਇਹਨਾਂ ਤੋਂ ਬਿਨਾਂ ਆਪਾਂ ਜਿਵੇਂ ਕਹਿ ਦਈਏ ਗਹਿੜਵਾਲ ਵੰਸ਼ ਹੋ ਗਿਆ, ਤੋਮਰ, ਚੰਦੇਲ, ਕਲਚੁਰੀ, ਗੋਹਿਲਾ, ਪਾਲ ਅਤੇ ਸੈਨ, ਇਹ ਸਾਰੇ ਕੀ ਆ, ਰਾਜਪੂਤ ਰਾਜੇ ਸੀਗੇ ਜਾਂ ਰਾਜਪੂਤ ਵੰਸ਼ ਸੀਗੇ ਅਤੇ ਇਹਨਾਂ ਦੇ ਅੰਡਰ ਕਿਹੜੇ ਕਿਹੜੇ ਰਾਜੇ ਹੋਏ ਆ ਉਹਨਾਂ ਦੇ ਬਾਰੇ ਆਪਾਂ ਡਿਟੇਲ 'ਚ ਪੜ੍ਹਾਂਗੇ ਹੁਣ। ਸਭ ਤੋਂ ਪਹਿਲਾਂ ਪ੍ਰਤਿਹਾਰ ਵੰਸ਼ ਦੀ ਨੀਂਹ ਕਿਹਨੇ ਰੱਖੀ? ਨਾਗਭੱਟ ਪਹਿਲੇ ਨੇ। ਨਾਗਭੱਟ ਨੇ ਪ੍ਰਤਿਹਾਰ ਵੰਸ਼ ਦੀ ਨੀਂਹ ਕਦੋਂ ਰੱਖੀ? 725 ਈਸਵੀ ਵਿੱਚ ਅਵੰਤੀ ਵਿਖੇ। ਪ੍ਰਤਿਹਾਰ ਵੰਸ਼ ਦੇ ਰਾਜੇ ਕਿਸ ਨਾਲ ਸੰਬੰਧ ਰੱਖਦੇ ਸਨ? ਰਾਜਸਥਾਨ ਦੀ ਗੁਰਜਰ ਜਾਤੀ ਨਾਲ। ਨਾਗਭੱਟ ਦੂਜੇ ਨੇ ਕਿਸ ਨੂੰ ਹਰਾ ਕੇ ਕਨੌਜ ਨੂੰ ਆਪਣੇ ਅਧੀਨ ਕੀਤਾ? ਚੱਕਰ ਯੁੱਧ ਨੂੰ। ਨਾਗਭੱਟ ਨੇ ਕਿਸ ਨੂੰ ਆਪਣੀ ਰਾਜਧਾਨੀ ਬਣਾਇਆ? ਕਨੌਜ ਨੂੰ। ਪ੍ਰਤਿਹਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ? ਮਿਹਰ ਭੋਜ। ਮਿਹਰ ਭੋਜ ਦਾ ਰਾਜਕਾਲ ਕੀ ਸੀ? 836 ਤੋਂ ਲੈ ਕੇ 885 ਈਸਵੀ ਤੱਕ ਜਿਹੜਾ ਸੀ ਉਹਦਾ ਰਾਜ ਸੀਗਾ। ਕਿਹੜੇ ਯਾਤਰੀ ਨੇ ਮਿਹਰ ਭੋਜ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ? ਅਰਬ ਯਾਤਰੀ ਸੁਲੇਮਾਨ ਨੇ। ਮਿਹਰ ਭੋਜ ਦਾ ਸਭ ਤੋਂ ਪ੍ਰਸਿੱਧ ਦਰਬਾਰੀ ਕਵੀ ਕੌਣ ਸੀ? ਰਾਜਸ਼ੇਖਰ। ਮਿਹਰ ਭੋਜ ਦਾ ਉੱਤਰਾਧਿਕਾਰੀ ਕੌਣ ਸੀ? ਮਹਿੰਦਰਪਾਲ। 885 ਤੋਂ 910 ਈਸਵੀ ਤੱਕ ਜਿਹੜਾ ਸੀ ਇਹ ਰਾਜਗੱਦੀ 'ਤੇ ਰਿਹਾ। ਪ੍ਰਤਿਹਾਰ ਸ਼ਾਸਕ ਰਾਜਪਾਲ ਨੇ ਕਿਸ ਦੀ ਅਧੀਨਤਾ ਸਵੀਕਾਰ ਕਰੀ?
ਮਹਿਮੂਦ ਗਜਨਵੀ ਦੀ ਕਦੋਂ 1018 ਈਸਵੀ ਵਿੱਚ ਇਹਨੇ ਸਵੀਕਾਰ ਕਰ ਲਈ ਸੀ ਅਧੀਨਤਾ। ਪਰਮਾਰ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? ਕ੍ਰਿਸ਼ਨ ਰਾਜ ਨੇ। ਪਰਮਾਰ ਵੰਸ਼ ਦਾ ਸ਼ਾਸਨ ਕਿੱਥੇ ਸੀ? ਮਾਲਵਾ ਵਿੱਚ। ਪਰਮਾਰ ਵੰਸ਼ ਦਾ ਅਸਲ ਸੰਸਥਾਪਕ ਕਿਸ ਨੂੰ ਮੰਨਿਆ ਜਾਂਦਾ ਹੈ? ਸੀਯਕ ਨੂੰ, ਤੇ ਇਹਨੇ 949 ਤੋਂ ਲੈ ਕੇ 974 ਈਸਵੀ ਤੱਕ ਰਾਜ ਕੀਤਾ। ਪਰਮਾਰ ਵੰਸ਼ ਦੇ ਕਿਹੜੇ ਸ਼ਾਸਕ ਨੇ ਇਸ ਦੇ ਵਿਸਥਾਰ ਵਿੱਚ ਯੋਗਦਾਨ ਪਾਇਆ? ਮੁੰਜ ਨੇ 974 ਤੋਂ ਲੈ ਕੇ 95 ਈਸਵੀ ਤੱਕ। ਪਰਮਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ? ਭੋਜ। ਰਾਜਾ ਭੋਜ ਮਾਲਵਾ ਦੇ ਸਿੰਘਾਸਣ 'ਤੇ ਕਦੋਂ ਬੈਠਿਆ ਸੀ? 1018 ਈਸਵੀ ਤੱਕ ਤੇ 1060 ਈਸਵੀ ਤੱਕ ਉਹਨੇ ਰਾਜ ਕੀਤਾ। ਰਾਜਾ ਭੋਜ ਨੇ ਕਿਸ ਨੂੰ ਆਪਣੀ ਰਾਜਧਾਨੀ ਬਣਾਇਆ? ਧਾਰ ਨੂੰ। ਰਾਜਾ ਭੋਜ ਨੇ ਇੱਕ ਸੰਸਕ੍ਰਿਤ ਵਿਦਿਆਲਾ ਕਿੱਥੇ ਸਥਾਪਿਤ ਕੀਤਾ? ਧਾਰ ਵਿਖੇ। 1305 ਵਿੱਚ ਕਿਹੜੇ ਸ਼ਾਸਕ ਨੇ ਮਾਲਵੇ 'ਤੇ ਕਬਜ਼ਾ ਕਰ ਲਿਆ ਸੀ? ਅਲਾਉਦੀਨ ਖਲਜੀ ਨੇ। ਰਾਜਾ ਭੋਜ ਨੇ ਕਿਹੜੀ ਪ੍ਰਸਿੱਧ ਝੀਲ ਬਣਵਾਈ? ਭੋਜਪੁਰ ਝੀਲ। ਰਾਜਾ ਭੋਜ ਨੇ ਕਿਸ ਦੇਵਤੇ ਦੀ ਯਾਦ ਵਿੱਚ ਮੰਦਰ ਬਣਵਾਏ? ਸ਼ਿਵਜੀ ਦੀ ਯਾਦ ਵਿੱਚ। ਚਾਲੁਕਿਆ ਵੰਸ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਸੋਲੰਕੀ ਵੰਸ਼ ਦੇ ਨਾਮ ਨਾਲ। ਚਾਲੁਕਿਆ ਰਾਜਵੰਸ਼ ਦੀ ਨੀਂਹ ਕਿਸ ਨੇ ਰੱਖੀ? ਮੂਲਰਾਜ ਨੇ 941 ਈਸਵੀ ਵਿੱਚ। ਅੱਗੇ ਹੈ ਚਾਲੁਕਿਆ ਵੰਸ਼ ਦੀ ਰਾਜਧਾਨੀ ਦਾ ਨਾਂ ਕੀ ਸੀ? ਤਾਂ ਉਹਨਾਂ ਦੀ ਰਾਜਧਾਨੀ ਦਾ ਨਾਂ ਸੀ ਅਨਹਿਲ ਬਾੜਾ। ਅੱਗੇ ਕੰਟੀਨਿਊ ਕਰਦੇ ਹਾਂ। ਚਾਲੁਕਿਆ ਨੇ ਕਿਹੜੇ ਸਥਾਨਾਂ 'ਤੇ ਰਾਜ ਕੀਤਾ? ਉੱਤਰੀ ਗੁਜਰਾਤ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ 'ਤੇ। ਕਿਸ ਨੇ ਸੋਲੰਕੀ ਰਾਜ ਦੇ ਵਿਸਥਾਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ? ਜੈ ਸਿੰਘ ਸਿੱਧਰਾਜ ਨੇ, ਤੇ ਇਹਨੇ 1093 ਤੋਂ ਲੈ ਕੇ 1143 ਈਸਵੀ ਤੱਕ ਰਾਜ ਕੀਤਾ। ਤੇ ਇਹ ਤੋਂ ਬਿਨਾਂ ਕੁਮਾਰਪਾਲ ਨੇ 1144 ਤੋਂ ਲੈ ਕੇ 71 ਈਸਵੀ ਤੱਕ ਰਾਜ ਕੀਤਾ। ਠੀਕ ਹੈ, ਜੇ ਕੁਐਸਚਨ ਹੁੰਦਾ ਕਿ ਸੋਲੰਕੀ ਰਾਜ ਦੇ ਵਿਸਥਾਰ ਵਿੱਚ ਕਿਹਨੇ ਮਹੱਤਵਪੂਰਨ ਯੋਗਦਾਨ ਦਿੱਤਾ, ਤਾਂ ਦੋਨਾਂ ਦੇ ਨਾਮ ਯਾਦ ਰੱਖਣੇ ਆ, ਜੈ ਸਿੰਘ ਸਿੱਧਰਾਜ ਨੇ ਤੇ ਕੁਮਾਰਪਾਲ ਨੇ। ਸੋਲੰਕੀ ਸ਼ਾਸਕ ਕਿਹੜੇ ਮੱਤ ਦੇ ਸਰਪ੍ਰਸਤ ਸਨ? ਜੈਨ ਮੱਤ ਦੇ। ਚਾਲੁਕਿਆ ਸ਼ਾਸਕ ਕੁਮਾਰਪਾਲ ਦੇ ਦਰਬਾਰ ਵਿੱਚ ਕਿਹੜਾ ਪ੍ਰਸਿੱਧ ਜੈਨ ਲੇਖਕ ਰਹਿੰਦਾ ਸੀ? ਹੇਮਚੰਦਰ। ਸੋਲੰਕੀ ਵੰਸ਼ ਦਾ ਅੰਤ ਕਿਵੇਂ ਹੋਇਆ? 1297 ਈਸਵੀ ਵਿੱਚ ਜਲਾਉਦੀਨ ਖਿਲਜੀ ਦੁਆਰਾ ਗੁਜਰਾਤ 'ਤੇ ਕਬਜ਼ਾ ਕਰ ਲੈਣ ਦੇ ਨਾਲ ਇਸ ਵੰਸ਼ ਦਾ ਅੰਤ ਹੋ ਗਿਆ ਸੀ। ਅਗਨੀਕੁਲ ਰਾਜਪੂਤਾਂ ਵਿੱਚੋਂ ਕਿਹੜਾ ਵੰਸ਼ ਸਭ ਤੋਂ ਪ੍ਰਸਿੱਧ ਸੀ? ਚੌਹਾਨ ਵੰਸ਼। ਦੇਖੋ, ਇਹ 'ਤੇ ਵੰਸ਼ ਤੋਂ ਯਾਦ ਆ ਗਿਆ ਕਿ ਆਪਾਂ ਪਹਿਲਾਂ ਇਹ ਪੜ੍ਹਿਆ ਸੀ ਕਿ ਇਹਨਾਂ ਦੀ ਉਤਪੱਤੀ ਕਿਵੇਂ ਹੋਈ, ਅਤੇ ਇਤਿਹਾਸਕਾਰਾਂ ਵਿੱਚ ਇਹਨਾਂ ਨੂੰ ਲੈ ਕੇ ਮਤਭੇਦ ਆ, ਅਤੇ ਮੈਂ ਤੁਹਾਨੂੰ ਅਲੱਗ-ਅਲੱਗ ਜਿਹੜੇ ਸਿਧਾਂਤ ਉਹ ਵੀ ਪੜ੍ਹਾਤੇ, ਪਰ ਇਹਦੇ ਵਿੱਚੋਂ ਜਿਹੜਾ ਸਭ ਤੋਂ ਵੱਧ ਭਰੋਸੇਯੋਗ ਸਿਧਾਂਤ ਆ ਉਹ ਮੰਨਿਆ ਜਾਂਦਾ ਵਾ ਮਿਸ਼ਰਿਤ। ਠੀਕ ਹੈ, ਮਿਸ਼ਰਿਤ ਜਾਤੀ ਉਤਪੱਤੀ ਦਾ ਸਿਧਾਂਤ ਆ ਜਿਹੜਾ ਉਹ ਮੰਨਿਆ ਜਾਂਦਾ ਵਾ। ਚੌਹਾਨ ਵੰਸ਼ ਦਾ ਅਸਲ ਇਤਿਹਾਸ ਕਿਸ ਤੋਂ ਸ਼ੁਰੂ ਹੁੰਦਾ ਹੈ? ਸਿੰਘ ਰਾਜ ਤੋਂ। ਸਿੰਘ ਰਾਜ ਨੇ ਕਦੋਂ ਆਜ਼ਾਦ ਹੋਣ ਦਾ ਐਲਾਨ ਕੀਤਾ? 944 ਈਸਵੀ ਵਿੱਚ ਜੈਪੁਰ ਤੋਂ ਆਜ਼ਾਦ ਹੋਣ ਦਾ ਜਿਹੜਾ ਸੀ ਉਹਨੇ ਐਲਾਨ ਕੀਤਾ ਸੀ। ਅਜਮੇਰ ਦੀ ਸਥਾਪਨਾ ਕਿਸਨੇ ਕੀਤੀ? ਅਜੈ ਦੇਵ ਨੇ। ਕਿਹੜੇ ਸ਼ਾਸਕ ਨੇ ਚੌਹਾਨ ਰਾਜ ਦਾ ਕਾਫੀ ਵਿਸਥਾਰ ਕੀਤਾ? ਵ੍ਰਿਗਰਾਜ ਚੌਥੇ ਨੇ। 1153 ਤੋਂ 64 ਈਸਵੀ ਤੱਕ ਉਹਦਾ ਸਮਾਂ ਰਿਹਾ। ਕਿਹੜੇ ਚੌਹਾਨ ਸ਼ਾਸਕ ਨੇ ਤੋਮਰ ਵੰਸ਼ ਤੋਂ ਦਿੱਲੀ ਖੋਹ ਲਈ? ਵ੍ਰਿਗਰਾਜ ਚੌਥੇ ਨੇ। ਵ੍ਰਿਗਰਾਜ ਚੌਥੇ ਦੁਆਰਾ ਬਣਾਇਆ ਗਿਆ ਕਿਹੜਾ ਮੰਦਰ ਬਹੁਤ ਪ੍ਰਸਿੱਧ ਹੈ? ਅਜਮੇਰ ਦਾ ਸਰਸਵਤੀ ਮੰਦਰ। ਵ੍ਰਿਗਰਾਜ ਚੌਥੇ ਦਾ ਕਿਹੜਾ ਨਾਟਕ ਬਹੁਤ ਪ੍ਰਸਿੱਧ ਹੈ? ਹਰਕੇਲੀ ਨਾਟਕ ਆ ਜਿਹੜਾ ਉਹਦਾ ਕਾਫੀ ਫੇਮਸ ਆ। ਚੌਹਾਨ ਵੰਸ਼ ਦਾ ਸਭ ਤੋਂ ਪ੍ਰਚਲਿਤ ਸ਼ਾਸਕ ਕਿਹੜਾ ਸੀ? ਪ੍ਰਿਥਵੀ ਰਾਜ ਚੌਹਾਨ। ਪ੍ਰਿਥਵੀ ਰਾਜ ਚੌਹਾਨ ਜਾਂ ਰਾਏ ਪਿਥੌਰਾ ਕਦੋਂ ਰਾਜਗੱਦੀ 'ਤੇ ਬੈਠਾ? 1178 ਈਸਵੀ ਵਿੱਚ। ਪ੍ਰਿਥਵੀ ਰਾਜ ਚੌਹਾਨ ਦੀਆਂ ਸਫਲਤਾਵਾਂ ਦਾ ਵਰਣਨ ਕਿਸ ਪੁਸਤਕ ਵਿੱਚ ਕੀਤਾ ਗਿਆ ਹੈ? ਪ੍ਰਿਥਵੀ ਰਾਜ ਰਾਸੋ ਦੇ ਵਿੱਚ। ਪ੍ਰਿਥਵੀ ਰਾਜ ਰਾਸੋ ਕਿਸ ਦੀ ਰਚਨਾ ਹੈ? ਚੰਦ ਬਰਦਾਈ ਦੀ। ਪ੍ਰਿਥਵੀ ਰਾਜ ਚੌਹਾਨ ਦਾ ਦਰਬਾਰੀ ਕਵੀ ਕਿਹੜਾ ਸੀ? ਚੰਦ ਬਰਦਾਈ। ਪ੍ਰਿਥਵੀ ਰਾਜ ਚੌਹਾਨ ਦੀ ਬਹਾਦਰੀ ਕਾਰਨ ਕਨੌਜ ਦੀ ਕਿਹੜੀ ਰਾਜਕੁਮਾਰੀ ਇਸ ਨੂੰ ਪਿਆਰ ਕਰਨ ਲੱਗ ਪਈ ਸੀ? ਕਨੌਜ ਦੇ ਸ਼ਾਸਕ ਜੈਚੰਦ ਦੀ ਲੜਕੀ ਸੰਜੋਗਤਾ। ਜੈਚੰਦ ਪ੍ਰਿਥਵੀ ਰਾਜ ਚੌਹਾਨ ਦਾ ਦੁਸ਼ਮਣ ਕਿਉਂ ਬਣ ਗਿਆ? ਜੈਚੰਦ ਦਾ
ਉਹ ਪ੍ਰਿਥਵੀ ਰਾਜ ਚੌਹਾਨ ਦਾ ਦੁਸ਼ਮਣ ਸੀ। ਕਿਉਂ ਸੀ? ਕਿਉਂਕਿ ਉਹਨੇ ਕੀ ਸੀਗਾ, ਸੰਯੋਗਤਾ ਦੇ ਨਾਲ ਜ਼ਬਰਦਸਤੀ ਵਿਆਹ ਕਰਵਾ ਲਿਆ ਸੀ। ਠੀਕ ਆ। ਅਤੇ ਜਿਹੜਾ ਜੈਪਾਲ ਸੀ ਉਹ ਇਸ ਵਿਆਹ ਦੇ ਵਿਰੁੱਧ ਸੀ, ਤਾਂ ਕਰਕੇ ਉਹ ਕੀ ਸੀਗਾ, ਪ੍ਰਿਥਵੀ ਰਾਜ ਚੌਹਾਨ ਦਾ ਦੁਸ਼ਮਣ ਬਣ ਗਿਆ ਸੀਗਾ। ਕਿਉਂਕਿ ਉਹ ਇਸ ਵਿਆਹ ਦੇ ਵਿਰੁੱਧ ਸੀ ਅਤੇ ਪ੍ਰਿਥਵੀ ਰਾਜ ਚੌਹਾਨ ਨੇ ਜ਼ਬਰਦਸਤੀ ਸੰਯੋਗਤਾ ਨਾਲ ਵਿਆਹ ਕਰਵਾ ਲਿਆ ਸੀ। ਤਰਾਇਨ ਦੀ ਪਹਿਲੀ ਲੜਾਈ ਕਿਹੜੇ ਦੋ ਸ਼ਾਸਕਾਂ ਵਿਚਕਾਰ ਹੋਈ? ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਵਿਚਕਾਰ। ਤਰਾਇਨ ਦੀ ਪਹਿਲੀ ਲੜਾਈ ਵਿੱਚ ਕਿਸ ਦੀ ਜਿੱਤ ਹੋਈ? ਪਹਿਲੀ ਲੜਾਈ ਦੇ ਵਿੱਚ ਹੋਈ ਸੀ ਪ੍ਰਿਥਵੀ ਰਾਜ ਚੌਹਾਨ ਦੀ ਜਿੱਤ। ਚੌਹਾਨ ਦੀ ਜਿੱਤ ਹੋਈ ਸੀ ਤਰਾਇਨ ਦੀ ਪਹਿਲੀ ਲੜਾਈ ਦੇ ਵਿੱਚ। ਠੀਕ ਹੈ। ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ? 1191 ਈਸਵੀ ਵਿੱਚ। ਤਰਾਇਨ ਦੀ ਦੂਜੀ ਲੜਾਈ ਕਦੋਂ ਹੋਈ? 1192 ਈਸਵੀ ਵਿੱਚ। ਤਰਾਇਨ ਦੀ ਦੂਜੀ ਲੜਾਈ ਕਿਹਨਾਂ ਵਿਚਕਾਰ ਹੋਈ? ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਵਿਚਕਾਰ। ਤਰਾਇਨ ਦੀ ਦੂਜੀ ਲੜਾਈ ਵਿੱਚ ਕਿਸ ਦੀ ਜਿੱਤ ਹੋਈ? ਮੁਹੰਮਦ ਗੌਰੀ ਦੀ ਜਿੱਤ ਹੋਈ ਅਤੇ ਪ੍ਰਿਥਵੀ ਰਾਜ ਚੌਹਾਨ ਮਾਰਿਆ ਗਿਆ। ਚੌਹਾਨ ਵੰਸ਼ ਦਾ ਅੰਤ ਕਿਸਨੇ ਕੀਤਾ? ਕੁਤਬਦੀਨ ਐਬਕ ਨੇ 1193 ਈਸਵੀ ਵਿੱਚ ਦਿੱਲੀ ਅਤੇ 1195 ਈਸਵੀ ਵਿੱਚ ਅਜਮੇਰ 'ਤੇ ਕਬਜ਼ਾ ਕਰਕੇ ਇਸ ਵੰਸ਼ ਦਾ ਅੰਤ ਕਰਤਾ ਸੀਗਾ। ਅੱਗੇ ਹੈ ਗਹਿੜਵਾਲ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? ਕਨੌਜ ਵਿੱਚ 1085 ਈਸਵੀ ਦੇ ਵਿੱਚ ਚੰਦਰਦੇਵ ਨੇ। ਗਹਿੜਵਾਲ ਵੰਸ਼ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਰਾਠੌਰ ਵੰਸ਼ ਦੇ ਨਾਮ ਨਾਲ। ਗਹਿੜਵਾਲ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ? ਗੋਬਿੰਦ ਚੰਦ। 1114 ਤੋਂ ਲੈ ਕੇ 1154 ਈਸਵੀ ਤੱਕ ਉਹਨੇ ਰਾਜ ਕੀਤਾ। ਰਾਠੌਰ ਵੰਸ਼ ਦਾ ਅੰਤਿਮ ਅਤੇ ਪ੍ਰਸਿੱਧ ਸ਼ਾਸਕ ਕੌਣ ਸੀ? ਜੈਚੰਦ। ਜੈਚੰਦ ਦਾ ਰਾਜਕਾਲ ਦੱਸੋ। 1170 ਤੋਂ ਲੈ ਕੇ 1194 ਈਸਵੀ ਤੱਕ। ਜੈਚੰਦ ਦੀ ਮੌਤ ਕਦੋਂ ਹੋਈ? 1194 ਈਸਵੀ ਵਿੱਚ ਛੰਦਵਾੜ ਵਿਖੇ ਮੁਹੰਮਦ ਗੌਰੀ ਨਾਲ ਲੜਦਾ ਹੋਇਆ ਮਾਰਿਆ ਗਿਆ। ਦਿੱਲੀ ਦੀ ਸਥਾਪਨਾ ਕਿਸਨੇ ਕੀਤੀ? 736 ਈਸਵੀ ਵਿੱਚ ਤੋਮਰ ਵੰਸ਼ ਨੇ। ਉਸ ਸਮੇਂ ਦਿੱਲੀ ਦਾ ਨਾਮ ਕੀ ਸੀ? ਢਿੱਲੀਕਾ। ਤੋਮਰ ਕੌਣ ਸਨ? ਸ਼ੁਰੂ ਵਿੱਚ ਤੋਮਰ ਪ੍ਰਤਿਹਾਰਾਂ ਦੇ ਸੰਮਤ ਸਨ ਅਤੇ 14ਵੀਂ ਸਦੀ ਵਿੱਚ ਇਹ ਸੁਤੰਤਰ ਹੋ ਗਏ। ਚੰਦੇਲਾਂ ਨੇ ਆਪਣਾ ਸ਼ਾਸਕ ਕਿੱਥੇ ਸਥਾਪਿਤ ਕੀਤਾ? ਬੁੰਦੇਲਖੰਡ ਦੇ ਇਲਾਕੇ ਜੈਜਕ ਭੁਖਤੀ ਵਿੱਚ। ਚੰਦੇਲ ਕੌਣ ਸਨ? ਪ੍ਰਤਿਹਾਰ ਰਾਜਿਆਂ ਦੇ ਅਧੀਨ ਸੰਮਤ ਸਨ। ਚੰਦੇਲ ਕੌਣ ਸੀ? ਪ੍ਰਤਿਹਾਰ ਰਾਜਿਆਂ ਦੇ ਅਧੀਨ ਸੰਮਤ ਸਨ। ਚੰਦੇਲ ਵੰਸ਼ ਦਾ ਮੋਢੀ ਕੌਣ ਸੀ? ਨਨੁਕ ਚੰਦੇਲ। ਚੰਦੇਲਾਂ ਦੀ ਰਾਜਧਾਨੀ ਕਿਹੜੀ ਸੀ? ਖਜੁਰਾਹੋ। ਚੰਦੇਲ ਵੰਸ਼ ਦੇ ਪ੍ਰਸਿੱਧ ਰਾਜੇ ਕਿਹੜੇ ਸਨ? ਰਾਜਾ ਧੰਗ ਅਤੇ ਰਾਜਾ ਗੰਡ। ਰਾਜਾ ਧੰਗ ਜਿਹੜਾ ਸੀ ਉਹਨੇ 954 ਤੋਂ 1002 ਈਸਵੀ ਤੱਕ, ਅਤੇ ਰਾਜਾ ਗੰਡ ਜਿਹੜਾ ਸੀ ਉਹਨੇ 1002 ਤੋਂ ਲੈ ਕੇ 1025 ਈਸਵੀ ਤੱਕ ਰਾਜ ਕੀਤਾ। ਚੰਦੇਲ ਸ਼ਾਸਕਾਂ ਦੀ ਕਲਾ ਦਾ ਉੱਤਮ ਨਮੂਨਾ ਕੀ ਹੈ? ਖੁਜਰਾਹੋ ਦੇ ਮੰਦਰ। ਚੰਦੇਲ ਵੰਸ਼ ਦਾ ਆਖਰੀ ਰਾਜਾ ਕੌਣ ਸੀ? ਪਰਮਲ। ਚੰਦੇਲ ਵੰਸ਼ ਦਾ ਅੰਤ ਕਿਸਨੇ ਕੀਤਾ? ਕੁਤਬਦੀਨ ਐਬਕ ਨੇ 1203 ਈਸਵੀ ਵਿੱਚ ਬੁੰਦੇਲਖੰਡ 'ਤੇ ਕਬਜ਼ਾ ਕਰਕੇ ਚੰਦੇਲ ਵੰਸ਼ ਜਿਹੜਾ ਸੀ ਉਹਦਾ ਅੰਤ ਕਰ ਦਿੱਤਾ। ਕਲੂਚਰੀ ਵੰਸ਼ ਦਾ ਸ਼ਾਸਨ ਕਿੱਥੇ ਸੀ? ਚੇਦੀ ਵਿੱਚ। ਚੇਦੀ ਇਲਾਕਾ ਕਿੱਥੇ ਸਥਿਤ ਹੈ? ਨਰਮਦਾ ਅਤੇ ਗੋਦਾਵਰੀ ਨਦੀਆਂ ਦੇ ਵਿਚਾਲੇ ਹੈ। ਕਲੂਚਰੀ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? 9ਵੀਂ ਸਦੀ ਦੇ ਦੂਜੇ ਮੱਧ ਵਿੱਚ ਕੋਕਲ ਨੇ। ਕੋਕਲ ਦੀ ਰਾਜਧਾਨੀ ਦਾ ਨਾਂ ਕੀ ਸੀ? ਤ੍ਰਿਪੁਰੀ। ਰਾਸ਼ਟਰਕੂਟਾਂ ਦੇ ਅੰਤ ਤੋਂ ਬਾਅਦ ਕਿਹੜੇ ਕਲੂਚਰੀ ਸ਼ਾਸਕ ਨੇ ਆਪਣੀ ਸੁਤੰਤਰਤਾ ਦਾ ਐਲਾਨ ਕੀਤਾ? ਲਕਸ਼ਮਣ ਰਾਜ ਨੇ। ਰਾਜਪੂਤਾਂ ਦਾ ਸਭ ਤੋਂ ਪ੍ਰਾਚੀਨ ਵੰਸ਼ ਕਿਹੜਾ ਸੀ? ਗੋਹਿਲਾ। ਗੋਹਿਲਾ ਵੰਸ਼ ਦੀ ਨੀਂਹ ਕਿਸਨੇ ਰੱਖੀ? 6ਵੀਂ ਸਦੀ ਵਿੱਚ ਉਦੈਪੁਰ ਦੇ ਨੇੜੇ ਗੁਰਦੱਤ ਨੇ। 10ਵੀਂ ਸਦੀ ਤੱਕ ਇਹਨਾਂ ਨੇ ਕੁੱਲ ਕਿੰਨੇ ਸਰਦਾਰਾਂ ਨੇ ਰਾਜ ਕੀਤਾ? 20 ਸਰਦਾਰਾਂ ਨੇ। ਗੋਹਿਲਾ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਕਿਹੜਾ ਸੀ? ਬੱਪਾ ਰਾਵਲ। ਬੱਪਾ ਰਾਵਲ ਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ? ਚਿਤੌੜ ਨੂੰ। ਸ਼ਿਸ਼ੋਦੀਆ ਵੰਸ਼ ਦੀ ਉਤਪੱਤੀ ਕਿਸ ਤੋਂ ਹੋਈ? ਗੋਹਿਲਾ ਤੋਂ। ਗੋਹਿਲਾ ਵੰਸ਼ ਦਾ ਅੰਤ ਕਿਵੇਂ ਹੋਇਆ? 1303 ਈਸਵੀ ਵਿੱਚ ਅਲਾਉਦੀਨ ਖਿਲਜੀ ਦੁਆਰਾ ਮੇਵਾੜ ਉੱਤੇ ਕਬਜ਼ਾ ਕਰ ਲੈਣ ਦੇ ਨਾਲ ਜਿਹੜਾ ਇਹ ਵੰਸ਼ ਸੀ ਉਹਦਾ ਅੰਤ ਹੋ ਗਿਆ ਸੀ। ਪਾਲ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? ਗੋਪਾਲ ਨੇ। ਗੋਪਾਲ ਨੇ ਪਾਲ ਵੰਸ਼ ਦੀ ਸਥਾਪਨਾ ਕਦੋਂ ਕੀਤੀ? 750 ਈਸਵੀ ਵਿੱਚ। ਗੋਪਾਲ ਨੇ ਕਦੋਂ ਤੱਕ ਸ਼ਾਸਨ ਕੀਤਾ? 770 ਈਸਵੀ ਤੱਕ।
ਗੋਪਾਲ ਦਾ ਉੱਤਰਾਧਿਕਾਰੀ ਕੌਣ ਬਣਿਆ? ਗੋਪਾਲ ਦਾ ਪੁੱਤਰ ਧਰਮਪਾਲ। ਧਰਮਪਾਲ ਦਾ ਸ਼ਾਸਨ ਕਾਲ ਦੱਸੋ। 770 ਤੋਂ ਲੈ ਕੇ 810 ਈਸਵੀ ਤੱਕ। ਇਹ ਜਿਹੜੇ ਇਹਨਾਂ ਨਾਲ ਰਿਲੇਟਡ ਇੰਪੋਰਟੈਂਟ ਕੁਐਸਚਨ ਨੇ, ਇਹ ਤੁਹਾਨੂੰ ਹੋਰ ਕਿਸੇ ਵੀ ਬੁੱਕ ਦੇ ਵਿੱਚ ਮਿਲਣੇ ਨਹੀਂ ਹੈਗੇ, ਇਸ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਲਰਨ ਕਰ ਲਓ। ਧਰਮਪਾਲ ਨੇ ਕਿਹੜੇ ਪ੍ਰਸਿੱਧ ਮੱਠ ਦਾ ਨਿਰਮਾਣ ਕਰਵਾਇਆ? ਬਿਕਰਮਸ਼ਿਲਾ ਦਾ। ਧਰਮਪਾਲ ਦਾ ਉੱਤਰਾਧਿਕਾਰੀ ਕੌਣ ਬਣਿਆ? ਦੇਵਪਾਲ, ਤੇ ਉਹਨੇ 810 ਤੋਂ ਲੈ ਕੇ 50 ਈਸਵੀ ਤੱਕ ਰਾਜ ਕੀਤਾ। ਪਾਲ ਸ਼ਾਸਕਾਂ ਨੇ ਕਿਹੜੇ ਖੇਤਰਾਂ ਵਿੱਚ ਉੱਨਤੀ ਕੀਤੀ? ਭਵਨ ਨਿਰਮਾਣ ਕਲਾ, ਚਿੱਤਰਕਲਾ, ਸਿੱਖਿਆ ਅਤੇ ਸਾਹਿਤ ਦੇ ਖੇਤਰਾਂ ਵਿੱਚ। ਪਾਲ ਸ਼ਾਸਕ ਕਿਹੜੇ ਧਰਮ ਦੇ ਅਨੁਯਾਈ ਸਨ? ਬੁੱਧ ਧਰਮ ਦੇ, ਪਰ ਉਹਨਾਂ ਨੇ ਹੋਰਨਾਂ ਧਰਮਾਂ ਦੇ ਪ੍ਰਤੀ ਵੀ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੋਈ ਸੀ। ਪਾਲ ਵੰਸ਼ ਦਾ ਪਤਨ ਕਦੋਂ ਹੋਇਆ? 11ਵੀਂ ਸਦੀ ਦੇ ਅੰਤ ਵਿੱਚ। ਪਾਲ ਵੰਸ਼ ਤੋਂ ਬਾਅਦ ਬੰਗਾਲ ਵਿੱਚ ਕਿਹੜੇ ਵੰਸ਼ ਦੀ ਸਥਾਪਨਾ ਹੋਈ? ਸੈਨ ਵੰਸ਼ ਦੀ। ਸੈਨ ਵੰਸ਼ ਦੀ ਸਥਾਪਨਾ ਕਿਸਨੇ ਕੀਤੀ? ਵਿਦਿਆ ਸੈਨ ਨੇ 1095 ਈਸਵੀ ਵਿੱਚ। ਸੈਨ ਵੰਸ਼ ਦਾ ਆਖਰੀ ਰਾਜਾ ਕੌਣ ਸੀ? ਰਾਜਾ ਲਕਸ਼ਮਣ ਸੈਨ। 1204 ਤੋਂ 5 ਈਸਵੀ ਵਿੱਚ ਕਿਹੜੇ ਸ਼ਾਸਕ ਨੇ ਲਕਸ਼ਮਣ ਸੈਨ ਨੂੰ ਹਰਾ ਕੇ ਬੰਗਾਲ 'ਤੇ ਕਬਜ਼ਾ ਕਰ ਲਿਆ? ਮੁਹੰਮਦ ਗੋਰੀ ਦੇ ਸੈਨਾਪਤੀ ਬਖਤਿਆਰ ਖਿਲਜੀ ਨੇ। ਵਿਕਰਮਾਂਕਦੇਵ ਚਰਿਤ ਦੀ ਰਚਨਾ ਕਿਸਨੇ ਕੀਤੀ? ਬਿਲਹਣ ਨੇ। ਵਿਕਰਮਾਂਕਦੇਵ ਚਰਿਤ ਰਚਨਾ ਵਿੱਚ ਕਿਸ ਦੇ ਜੀਵਨ ਦਾ ਵਰਣਨ ਹੈ? ਚਾਲੁਕਿਆ ਰਾਜੇ ਵਿਕਰਮਾਦੇਵ ਛੇਵੇਂ ਦੇ। ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸੱਭਿਆਚਾਰਕ ਕੇਂਦਰ ਕਿਹੜਾ ਸੀ? ਕਨੌਜ। ਕਨੌਜ 'ਤੇ ਜਿੱਤ ਪ੍ਰਾਪਤ ਕਰਨ ਲਈ ਤ੍ਰੈਪੱਖੀ ਸੰਘਰਸ਼ ਕਿਹਨਾਂ ਵਿਚਾਲੇ ਹੋਇਆ ਸੀ? ਪਾਲ, ਰਾਸ਼ਟਰਕੂਟ ਅਤੇ ਪ੍ਰਤੀਹਾਰ ਸ਼ਾਸਕਾਂ ਵਿਚਕਾਰ। ਕਨੌਜ ਦਾ ਤ੍ਰੈਪੱਖੀ ਸੰਘਰਸ਼ ਕਿੰਨਾ ਸਮਾਂ ਚੱਲਦਾ ਰਿਹਾ? ਲਗਭਗ 200 ਸਾਲਾਂ ਤੱਕ। 8ਵੀਂ ਸਦੀ ਦੇ ਅੰਤ ਤੋਂ ਲੈ ਕੇ 10ਵੀਂ ਸਦੀ ਦੇ ਅੰਤ ਤੱਕ ਜਿਹੜਾ ਇਹ ਸੰਘਰਸ਼ ਸੀਗਾ ਚੱਲਦਾ ਰਿਹਾ। ਤ੍ਰੈਪੱਖੀ ਸੰਘਰਸ਼ ਪਾਲ ਵੰਸ਼ ਦੇ ਕਿਹੜੇ ਸ਼ਾਸਕ ਦੇ ਸਮੇਂ ਸ਼ੁਰੂ ਹੋਇਆ ਸੀ? 780 ਈਸਵੀ ਦੇ ਵਿੱਚ ਧਰਮਪਾਲ ਦੇ ਸਮੇਂ। ਤ੍ਰੈਪੱਖੀ ਸੰਘਰਸ਼ ਦੇ ਸਮੇਂ ਪ੍ਰਤੀਹਾਰ ਰਾਜਾ ਕਿਹੜਾ ਸੀ? ਵਤਸਰਾਜ। ਧਰਮਪਾਲ ਨੂੰ ਹਰਾ ਕੇ ਕਿਹੜੇ ਰਾਸ਼ਟਰਕੂਟ ਰਾਜੇ ਨੇ ਕਨੌਜ ਨੂੰ ਆਪਣੇ ਅਧੀਨ ਕਰ ਲਿਆ? ਧਰੁਵ ਨੇ। ਅੰਤ ਕਿਸਨੇ ਕਨੌਜ 'ਤੇ ਅਧਿਕਾਰ ਕਰ ਲਿਆ? ਧਰਮਪਾਲ ਨੇ ਕਨੌਜ ਦੀ ਗੱਦੀ 'ਤੇ ਅਧਿਕਾਰ ਕਰਕੇ ਚੱਕਰ ਯੁੱਧ ਜਿਹੜਾ ਸੀ ਉਹਨੂੰ ਗੱਦੀ 'ਤੇ ਬਿਠਾਇਆ ਸੀ। ਚੱਕਰ ਯੁੱਧ ਨੂੰ ਹਰਾ ਕੇ ਕਿਸਨੇ ਕਨੌਜ 'ਤੇ ਅਧਿਕਾਰ ਕੀਤਾ? ਪ੍ਰਤੀਹਾਰ ਸ਼ਾਸਕ ਨਾਗਭੱਟ ਦੂਜੇ ਨੇ। ਨਾਗਭੱਟ ਦੂਜੇ ਨੂੰ ਹਰਾ ਕੇ ਕਨੌਜ 'ਤੇ ਮੁੜ ਕਿਸਨੇ ਕਬਜ਼ਾ ਕੀਤਾ? ਰਾਸ਼ਟਰਕੂਟ ਸ਼ਾਸਕ ਗੋਬਿੰਦ ਤੀਜੇ ਨੇ, ਪਰ ਬਹੁਤ ਜਲਦ ਹੀ ਨਾਗਭੱਟ ਦੂਜੇ ਨੇ ਫਿਰ ਤੋਂ ਕਨੌਜ 'ਤੇ ਅਧਿਕਾਰ ਕਰ ਲਿਆ। ਕਨੌਜ ਦੇ ਸੰਘਰਸ਼ ਦਾ ਕੀ ਸਿੱਟਾ ਨਿਕਲਿਆ? ਕਿ ਪਾਲ, ਰਾਸ਼ਟਰਕੂਟ ਅਤੇ ਪ੍ਰਤੀਹਾਰ ਤਿੰਨੇ ਜਿਹੜੇ ਰਾਜਵੰਸ਼ ਸੀਗੇ ਕਮਜ਼ੋਰ ਹੋ ਗਏ ਸੀ ਅਤੇ ਇਹਨਾਂ ਦਾ ਪਤਨ ਹੋ ਗਿਆ ਸੀ। ਰਾਸ਼ਟਰਕੂਟ ਵੰਸ਼ ਦਾ ਸੰਸਥਾਪਕ ਕੌਣ ਸੀ? ਦੰਤੀ ਦੁਰਗ। ਹੁਣ ਦੇਖੋ ਜਿਹੜੇ ਸਾਊਥ ਦੇ ਵਿੱਚ ਹੋਏ ਆ, ਠੀਕ ਹੈ, ਸਾਊਥ ਦੇ ਵਿੱਚ ਜਿੰਨੇ ਵੀ ਰਾਜਪੂਤ ਰਾਜੇ ਹੋਏ ਆ, ਹੁਣ ਆਪਾਂ ਉਹਨਾਂ ਦੇ ਬਾਰੇ ਪੜ੍ਹਨਾ। ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਕਦੋਂ ਕੀਤੀ ਗਈ? 742 ਈਸਵੀ ਵਿੱਚ। ਰਾਸ਼ਟਰਕੂਟਾਂ ਦੀ ਰਾਜਧਾਨੀ ਦਾ ਨਾਂ ਕੀ ਸੀ? ਵਾਨਿਆਖੇਤ ਜਾਂ ਮਾਲਖੇਦ। ਅੱਗੇ ਕੰਟੀਨਿਊ ਕਰਦੇ ਹਾਂ। ਰਾਸ਼ਟਰਕੂਟ ਵੰਸ਼ ਦਾ ਇਹ ਨਾਂ ਕਿਵੇਂ ਪਿਆ? ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਰਾਸ਼ਟਰਕੂਟਾਂ ਦੇ ਪੂਰਵਜ ਕਿਸੇ ਰਾਸ਼ਟਰ ਦੇ ਗਵਰਨਰ ਸਨ, ਜਿਸ ਕਾਰਨ ਉਹਨਾਂ ਦੇ ਰਾਜਵੰਸ਼ ਦਾ ਨਾਂ ਰਾਸ਼ਟਰਕੂਟ ਪੈ ਗਿਆ। ਦੰਤੀ ਦੁਰਗ ਨੇ ਕਿਹੜੇ ਰਾਜਾਂ ਉੱਤੇ ਜਿੱਤ ਪ੍ਰਾਪਤ ਕੀਤੀ? ਕਾਂਚੀ, ਕਲਿੰਗ, ਕੌਸ਼ਲ ਅਤੇ ਮਲਵਈ ਦੇ ਉੱਤੇ। ਦੰਤੀ ਦੁਰਗ ਨੇ ਕਿਹੜੇ ਚਾਲੁਕਿਆ ਰਾਜੇ ਨੂੰ ਹਰਾ ਕੇ ਮਹਾਰਾਸ਼ਟਰ 'ਤੇ ਅਧਿਕਾਰ ਕਰ ਲਿਆ? 752 ਅਤੇ 53 ਈਸਵੀ ਦੇ ਵਿੱਚ ਕੀਰਤੀ ਵਰਮਨ ਦੂਜੇ ਨੂੰ ਹਰਾ ਕੇ। ਇਸ ਯੁੱਧ ਤੋਂ ਬਾਅਦ ਦੰਤੀ ਦੁਰਗ ਨੇ ਕਿਹੜੀ ਉਪਾਧੀ ਧਾਰਨ ਕੀਤੀ? ਮਹਾਰਾਜਾ ਧੀਰਾਜ ਦੀ। ਦੰਤੀ ਦੁਰਗ ਦਾ ਉੱਤਰਾਧਿਕਾਰੀ ਕੌਣ ਬਣਿਆ? 756 ਈਸਵੀ ਵਿੱਚ ਉਸ ਦਾ ਚਾਚਾ ਕ੍ਰਿਸ਼ਨ ਪਹਿਲਾ। ਕ੍ਰਿਸ਼ਨ ਪਹਿਲੇ ਨੇ ਕਿਹੜੇ ਮੰਦਰ ਦਾ ਨਿਰਮਾਣ ਕਰਵਾਇਆ? ਐਲੋਰਾ ਵਿਖੇ ਸ਼ਿਵ ਦੀ ਯਾਦ ਵਿੱਚ ਕੈਲਾਸ਼ ਮੰਦਰ ਦਾ। ਕ੍ਰਿਸ਼ਨ ਪਹਿਲੇ ਦਾ ਉੱਤਰਾਧਿਕਾਰੀ ਕੌਣ ਬਣਿਆ? 773 ਈਸਵੀ ਵਿੱਚ ਉਸ ਦਾ ਪੁੱਤਰ ਗੋਬਿੰਦ ਦੂਜਾ। ਗੋਬਿੰਦ ਦੂਜੇ ਨੂੰ ਰਾਜਗੱਦੀ ਤੋਂ ਉਤਾਰ ਕੇ ਕੌਣ ਬੈਠਾ? ਧਰੁਵ। ਦੇਖੋ ਧਰੁਵ ਜਿਹੜਾ ਸੀਗਾ ਗੋਬਿੰਦ ਦੂਜੇ ਦਾ ਛੋਟਾ ਭਰਾ ਸੀ ਅਤੇ ਗੋਬਿੰਦ ਦੂਜੇ ਨੂੰ ਗੱਦੀ ਤੋਂ ਉਤਾਰ ਕੇ ਖੁਦ ਰਾਜਗੱਦੀ ਉੱਤੇ ਬੈਠ ਗਿਆ ਸੀ ਇਹ। ਧਰੁਵ ਦਾ ਸ਼ਾਸਨ ਕਾਲ ਕੀ ਸੀ? 780 ਤੋਂ 793 ਈਸਵੀ ਤੱਕ। ਧਰੁਵ ਨੇ ਦੱਖਣ ਦੇ ਕਿਹੜੇ ਸ਼ਾਸਕਾਂ ਨੂੰ ਹਰਾਇਆ? ਗੰਗ, ਪੱਲਵ, ਵੈਂਗੀ ਅਤੇ ਪੱਲਵ ਸ਼ਾਸਕਾਂ ਨੂੰ ਹਰਾਇਆ। ਧਰੁਵ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ?
793 ਈਸਵੀ ਵਿੱਚ ਆਪਣੇ ਪੁੱਤਰ ਗੋਬਿੰਦ ਤੀਜੇ ਨੂੰ। ਗੋਬਿੰਦ ਤੀਜੇ ਦੇ ਕਿਹੜੇ ਭਰਾ ਨੇ 12 ਸ਼ਾਸਕਾਂ ਨਾਲ ਮਿਲ ਕੇ ਉਸ ਦਾ ਵਿਰੋਧ ਕੀਤਾ? ਸਤੰਭਾ ਨੇ। ਗੋਬਿੰਦ ਤੀਜੇ ਨੇ ਸਤੰਭਾ ਨੂੰ ਕਿੱਥੋਂ ਦਾ ਗਵਰਨਰ ਨਿਯੁਕਤ ਕੀਤਾ? ਗੰਗਵਾੜੀ ਦਾ। ਗੋਬਿੰਦ ਤੀਜੇ ਨੇ ਪ੍ਰਤਿਹਾਰ ਵੰਸ਼ ਦੇ ਕਿਹੜੇ ਸ਼ਾਸਕ ਨੂੰ ਕਰਾਰੀ ਹਾਰ ਦਿੱਤੀ? ਨਾਗਭੱਟ ਦੂਜੇ ਨੂੰ। ਗੋਬਿੰਦ ਤੀਜੇ ਨੇ ਕਿਸ ਨੂੰ ਹਰਾ ਕੇ ਕਨੌਜ ਉੱਤੇ ਕਬਜ਼ਾ ਕਰ ਲਿਆ? ਚੱਕਰ ਯੁੱਧ ਨੂੰ। ਪਾਲ ਵੰਸ਼ ਦੇ ਕਿਹੜੇ ਸ਼ਾਸਕ ਨੇ ਗੋਬਿੰਦ ਤੀਜੇ ਦੀ ਅਧੀਨਤਾ ਸਵੀਕਾਰ ਕਰ ਲਈ? ਧਰਮਪਾਲ ਨੇ। ਦੱਖਣੀ ਭਾਰਤ ਦੇ ਕਿਹੜੇ ਸ਼ਾਸਕਾਂ ਨੇ ਗੋਬਿੰਦ ਤੀਜੇ ਵਿਰੁੱਧ ਗੱਠਜੋੜ ਕੀਤਾ? ਪੱਲਵ, ਪਾਂਡਿਆ, ਕੇਰਲ ਅਤੇ ਗੰਗ ਸ਼ਾਸਕਾਂ ਨੇ। ਗੋਬਿੰਦ ਤੀਜੇ ਨੇ ਇਹਨਾਂ ਸ਼ਾਸਕਾਂ ਨੂੰ ਤੁੰਗਭਦਰਾ ਦੇ ਨੇੜੇ ਜ਼ਬਰਦਸਤ ਹਾਰ ਦਿੱਤੀ ਸੀ। ਗੋਬਿੰਦ ਤੀਜੇ ਦਾ ਉੱਤਰਾਧਿਕਾਰੀ ਕੌਣ ਬਣਿਆ? ਅਮੋਘ ਵਰਸ਼ ਪਹਿਲਾ। ਅਮੋਘ ਵਰਸ਼ ਪਹਿਲਾ ਕਦੋਂ ਰਾਜਗੱਦੀ 'ਤੇ ਬੈਠਿਆ? 814 ਈਸਵੀ ਵਿੱਚ। ਅਮੋਘ ਵਰਸ਼ ਪਹਿਲੇ ਨੇ ਕਦੋਂ ਤੱਕ ਰਾਜ ਕੀਤਾ? 878 ਈਸਵੀ ਤੱਕ। ਕਿਹੜਾ ਰਾਸ਼ਟਰਕੂਟ ਸ਼ਾਸਕ ਇੱਕ ਚੰਗਾ ਕਵੀ ਸੀ? ਅਮੋਘ ਵਰਸ਼ ਪਹਿਲਾ। ਅਮੋਘ ਵਰਸ਼ ਪਹਿਲੇ ਨੇ ਕਿਹੜਾ ਗ੍ਰੰਥ ਲਿਖਿਆ? ਕੰਨੜ ਭਾਸ਼ਾ ਵਿੱਚ ਕਵਿਰਾਜ ਮਾਰਗ। ਅਮੋਘ ਵਰਸ਼ ਨੇ ਕਿਹੜੇ ਸ਼ਹਿਰ ਦਾ ਨਿਰਮਾਣ ਕਰਵਾਇਆ? ਮਾਨਿਆਖੇਤ ਜਾਂ ਮਾਲਖੇਦ ਅਤੇ ਇਸ ਨੂੰ ਰਾਸ਼ਟਰਕੂਟਾਂ ਦੀ ਰਾਜਧਾਨੀ ਘੋਸ਼ਿਤ ਕੀਤਾ। ਕਿਹੜੇ ਸ਼ਾਸਕ ਦੀ ਮੌਤ ਤੋਂ ਮਗਰੋਂ ਰਾਸ਼ਟਰਕੂਟ ਵੰਸ਼ ਦਾ ਪਤਨ ਹੋ ਗਿਆ? ਕ੍ਰਿਸ਼ਨ ਤੀਜੇ ਦੀ ਮੌਤ ਤੋਂ ਮਗਰੋਂ ਜਿਹੜਾ ਰਾਸ਼ਟਰਕੂਟ ਵੰਸ਼ ਸੀ ਉਹਨਾਂ ਦਾ ਪਤਨ ਹੋ ਗਿਆ ਸੀ। ਪਰਵਰਤੀ ਚਾਲੁਕਿਆ ਦੇ ਰਾਜ ਦੀ ਸਥਾਪਨਾ ਕਦੋਂ ਅਤੇ ਕਿਸਨੇ ਕੀਤੀ ਸੀ? 973 ਈਸਵੀ ਵਿੱਚ ਤੈਲ ਦੂਜੇ ਨੇ। ਪਰਵਰਤੀ ਚਾਲੁਕਿਆ ਦੀ ਰਾਜਧਾਨੀ ਦਾ ਨਾਂ ਕੀ ਸੀ? ਕਲਿਆਣੀ। ਪਿਛਲੇਰੇ ਚਾਲੁਕਿਆ ਵੰਸ਼ ਦਾ ਸਭ ਤੋਂ ਪ੍ਰਸਿੱਧ ਅਤੇ ਯੋਗ ਸ਼ਾਸਕ ਕਿਹੜਾ ਸੀ? ਵਿਕਰਮਾਦਿੱਤਿਆ ਛੇਵਾਂ। ਵਿਕਰਮਾਦਿੱਤਿਆ ਛੇਵੇਂ ਨੇ ਕਿੰਨਾ ਸਮਾਂ ਰਾਜ ਕੀਤਾ? 1076 ਤੋਂ ਲੈ ਕੇ 1126 ਈਸਵੀ ਤੱਕ ਜਿਹੜਾ ਸੀ 50 ਸਾਲ ਤੱਕ ਰਾਜ ਕੀਤਾ। ਵਿਕਰਮਾਂਕ ਦੇਵ ਚਰਿਤ ਕਿਸ ਦੀ ਰਚਨਾ ਹੈ? ਬਿਲਹਨ ਦੀ। ਦੱਖਣ ਭਾਰਤ ਦੇ ਇਤਿਹਾਸ ਵਿੱਚ ਕਿਹੜੇ ਵੰਸ਼ ਦੇ ਰਾਜ ਨੂੰ ਸਭ ਤੋਂ ਸ਼ਾਨਦਾਰ ਸਮਝਿਆ ਜਾਂਦਾ ਹੈ? ਚੌਲ ਵੰਸ਼ ਦੇ। ਚੌਲ ਵੰਸ਼ ਦੀ ਸਥਾਪਨਾ ਕਦੋਂ ਕੀਤੀ ਗਈ ਸੀ? 850 ਈਸਵੀ ਵਿੱਚ। ਚੌਲ ਰਾਜ ਦੀ ਸਥਾਪਨਾ ਕਿਸਨੇ ਕੀਤੀ? ਵਿਜਯਾਲਿਆ ਨੇ ਅਤੇ 870 ਈਸਵੀ ਤੱਕ ਉਹਨੇ ਸ਼ਾਸਨ ਕੀਤਾ ਸੀ। ਚੌਲ ਵੰਸ਼ ਦੀ ਰਾਜਧਾਨੀ ਕਿਹੜੀ ਸੀ? ਤੰਜੌਰ। ਵਿਜਯਾਲਿਆ ਦਾ ਉੱਤਰਾਧਿਕਾਰੀ ਕੌਣ ਬਣਿਆ? ਅਦਿੱਤਿਆ ਪਹਿਲਾ। 870 ਤੋਂ 907 ਈਸਵੀ ਤੱਕ ਉਹਨੇ ਰਾਜ ਕੀਤਾ। ਅਦਿੱਤਿਆ ਪਹਿਲਾ ਨੇ ਪੱਲਵਾ ਦੇ ਕਿਹੜੇ ਪ੍ਰਸਿੱਧ ਇਲਾਕੇ 'ਤੇ ਕਬਜ਼ਾ ਕਰ ਲਿਆ? ਟੋਡਾ ਮੰਡਲਮ 'ਤੇ। ਕਿਹੜੇ ਚੌਲ ਸ਼ਾਸਕ ਨੇ ਪਾਂਡਿਆ ਦੀ ਰਾਜਧਾਨੀ ਮਦੁਰਾਈ ਨੂੰ ਆਪਣੇ ਅਧੀਨ ਕਰ ਲਿਆ? ਪਰਾਂਤਕ ਪਹਿਲੇ ਨੇ। 907 ਤੋਂ ਲੈ ਕੇ 955 ਈਸਵੀ ਤੱਕ ਉਹਨੇ ਰਾਜ ਕੀਤਾ। ਕਿਹੜੇ ਸ਼ਾਸਕ ਨੇ ਪਰਾਂਤਕ ਪਹਿਲੇ ਨੂੰ ਹਰਾ ਕੇ ਮੁੜ ਟੋਡਾ ਮੰਡਲਮ 'ਤੇ ਅਧਿਕਾਰ ਕਰ ਲਿਆ? ਰਾਸ਼ਟਰਕੂਟ ਸ਼ਾਸਕ ਕ੍ਰਿਸ਼ਨਾ ਤੀਜੇ ਨੇ ਤਕੋਲਮ ਦੀ ਪ੍ਰਸਿੱਧ ਲੜਾਈ ਦੇ ਵਿੱਚ। ਚੌਲ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਮਹਾਨ ਸ਼ਾਸਕ ਕੌਣ ਸੀ? ਰਾਜ ਰਾਜ ਪਹਿਲਾ। ਰਾਜ ਰਾਜ ਪਹਿਲੇ ਦਾ ਸ਼ਾਸਨਕਾਲ ਦੱਸੋ? 985 ਤੋਂ ਲੈ ਕੇ 1014 ਈਸਵੀ ਤੱਕ। ਚੌਲ ਰਾਜ ਨੂੰ ਸਾਮਰਾਜ ਵਿੱਚ ਤਬਦੀਲ ਕਰਨ ਦਾ ਸਿਹਰਾ ਕਿਹੜੇ ਸ਼ਾਸਕ ਦੇ ਸਿਰ ਹੈ? ਰਾਜ ਰਾਜ ਪਹਿਲੇ ਦੇ। ਕਿਹੜੇ ਸ਼ਾਸਕ ਨੇ ਪਾਂਡਿਆ ਸ਼ਾਸਕਾਂ ਨੂੰ ਹਰਾ ਕੇ ਉਹਨਾਂ ਦੀ ਰਾਜਧਾਨੀ ਮਦੁਰਾ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ? ਰਾਜ ਰਾਜ ਪਹਿਲੇ ਨੇ। ਰਾਜ ਰਾਜ ਪਹਿਲੇ ਨੇ ਕੇਰਲ ਦੇ ਚੇਰ ਸ਼ਾਸਕਾਂ ਨੂੰ ਹਰਾ ਕੇ ਕਿਹੜੇ ਦੋ ਮਹੱਤਵਪੂਰਨ ਕਿਲ੍ਹਿਆਂ ਨੂੰ ਅਧੀਨ ਕੀਤਾ? ਕੋਲਮ ਅਤੇ ਉਦਗਈ ਨੂੰ। ਰਾਜ ਰਾਜ ਪਹਿਲੇ ਦੇ ਸ਼੍ਰੀਲੰਕਾ 'ਤੇ ਹਮਲਾ ਕਰਨ ਦੀ ਖਬਰ ਸੁਣ ਕੇ ਕਿਹੜਾ ਸ਼ਾਸਕ ਦੱਖਣੀ ਸ਼੍ਰੀਲੰਕਾ ਚਲਾ ਗਿਆ? ਸ਼੍ਰੀਲੰਕਾ ਦਾ ਰਾਜਾ ਮਹਿੰਦ ਪੰਜਵਾਂ। ਰਾਜ ਰਾਜ ਪਹਿਲੇ ਨੇ ਕਿਹੜੇ ਚਾਲੁਕਿਆ ਰਾਜੇ ਨੂੰ ਹਰਾ ਕੇ ਉਸਦੇ ਕੁਝ ਪ੍ਰਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ? ਸਤਿਆਸ਼ਰ ਨੇ। ਰਾਜ ਰਾਜ ਪਹਿਲੇ ਨੇ ਕਿਹੜੇ ਦੱਖਣੀ ਇਲਾਕਿਆਂ 'ਤੇ ਕਬਜ਼ਾ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕੀਤਾ? ਹਿੰਦ ਮਹਾਸਾਗਰ ਨਾਲ ਲੱਗਦੇ ਮਾਲਾਬਾਰ, ਨਿਕੋਬਾਰ ਅਤੇ ਮਾਲਦੀਵ ਦੀਪ ਸਮੂਹ ਤੱਕ। ਰਾਜ ਰਾਜ ਪਹਿਲੇ ਨੇ ਕਿਹੜਾ ਪ੍ਰਸਿੱਧ ਮੰਦਰ ਬਣਵਾਇਆ? ਰਾਜ ਰਜੇਸ਼ਵਰ ਨਾਂ ਦਾ ਸ਼ਿਵ ਮੰਦਰ ਜਿਹੜਾ ਸੀ ਬਣਵਾਇਆ ਸੀ ਕਿਹਨੇ? ਰਾਜ ਰਾਜ ਪਹਿਲੇ ਨੇ। ਮੋਸਟ ਇੰਪੋਰਟੈਂਟ ਕੁਐਸਚਨ ਆ। ਰਜਿੰਦਰ ਪਹਿਲੇ ਦਾ ਰਾਜਕਾਲ ਦੱਸੋ? 1014 ਤੋਂ 1044 ਈਸਵੀ ਤੱਕ।
ਰਜਿੰਦਰ ਪਹਿਲੇ ਨੇ ਕਿਹੜੇ ਇਲਾਕਿਆਂ 'ਤੇ ਕਬਜ਼ਾ ਕਰ ਲਿਆ? ਪਾਂਡਿਆ, ਚੇਰ ਅਤੇ ਸ਼੍ਰੀਲੰਕਾ ਦੇ ਇਲਾਕਿਆਂ 'ਤੇ ਉਹਨੇ ਕਬਜ਼ਾ ਕਰ ਲਿਆ ਸੀ। ਰਜਿੰਦਰ ਪਹਿਲੇ ਨੇ ਕਿਹੜਾ ਸ਼ਹਿਰ ਵਸਾਇਆ? ਗੰਗਈਕੌਂਡਾ, ਚੋਲਾਪੁਰਮ। ਚੌਲ ਰਾਜ ਦੀ ਨਵੀਂ ਰਾਜਧਾਨੀ ਕਿਸ ਨੂੰ ਘੋਸ਼ਿਤ ਕੀਤਾ ਗਿਆ? ਗੰਗਈਕੌਂਡਾ, ਚੋਲਾਪੁਰਮ ਨੂੰ। ਚੌਲ ਵੰਸ਼ ਦਾ ਅੰਤ ਕਿਵੇਂ ਹੋਇਆ? 1310 ਈਸਵੀ ਵਿੱਚ ਅਲਾਉਦੀਨ ਖਿਲਜੀ ਦੇ ਸੈਨਾਪਤੀ ਮਲਿਕ ਕਫੂਰ ਨੇ ਚੌਲ ਵੰਸ਼ ਦੇ ਪ੍ਰਦੇਸ਼ 'ਤੇ ਕਬਜ਼ਾ ਕਰ ਲਿਆ ਸੀ ਅਤੇ ਇਸੇ ਤਰ੍ਹਾਂ ਇਸ ਵੰਸ਼ ਦਾ ਅੰਤ ਹੋ ਗਿਆ ਸੀ। ਸੰਮਤੀ ਪ੍ਰਬੰਧ ਤੋਂ ਕੀ ਭਾਵ ਹੈ? ਉਸ ਵਿਸਤ੍ਰਿਤ ਸਮਾਜਿਕ ਰਾਜਨੀਤਿਕ ਵਿਵਸਥਾ ਤੋਂ ਹੈ ਜਿਹੜੀ ਭੂਮੀ ਅਤੇ ਉਸ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਦੇ ਨਿਯੰਤਰਣ ਅਤੇ ਉਸਦੇ ਉਪਭੋਗ 'ਤੇ ਆਧਾਰਿਤ ਸੀ। ਦੇਖੋ ਮਤਲਬ ਕਹਿੰਦੇ ਵੀ ਆਪਾਂ ਉਸ ਵਿਸਤ੍ਰਿਤ ਸਮਾਜਿਕ ਅਤੇ ਰਾਜਨੀਤਿਕ ਵਿਵਸਥਾ ਨੂੰ ਸੰਮਤੀ ਕਹਿ ਸਕਦੇ ਹਾਂ ਜਿਹੜੀ ਕੀ ਆ ਭੂਮੀ ਅਤੇ ਉਹ ਤੋਂ ਪ੍ਰਾਪਤ ਹੋਣ ਵਾਲੀ ਜਿਹੜੀ ਆਮਦਨ ਆ, ਠੀਕ ਆ, ਉਹਦੇ ਨਿਯੰਤਰਣ ਅਤੇ ਉਸਦੇ ਉਪਯੋਗ 'ਤੇ ਆਧਾਰਿਤ ਸੀ। ਕਿਸ ਦੇ ਕਾਲ ਵਿੱਚ ਸੰਮਤ ਸ਼ਬਦ ਦੀ ਵਰਤੋਂ ਅਧੀਨ ਰਾਜਿਆਂ ਲਈ ਕੀਤੀ ਜਾਂਦੀ ਸੀ? ਕਨਿਸ਼ਕ ਦੇ ਟਾਈਮ ਦੇ ਵਿੱਚ ਜਿਹੜੇ ਰਾਜੇ ਦੂਜੇ ਰਾਜੇ ਦੇ ਅੰਡਰ ਹੁੰਦੇ ਸੀ, ਜਿਹੜੇ ਅੰਡਰ ਹੁੰਦੇ ਸੀ ਉਹਨਾਂ ਲਈ ਸੰਮਤ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ। ਕਿਹੜੇ ਸ਼ਾਸਕ ਦੇ ਸਮੇਂ ਇਹਨਾਂ ਅਧੀਨ ਰਾਜਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋ ਚੁੱਕਾ ਸੀ? ਹਰਸ਼ਵਰਧਨ ਦੇ ਸਮੇਂ। ਕਿਹੜੇ ਕਾਲ ਵਿੱਚ ਸੰਮਤ ਵਿਵਸਥਾ ਆਪਣੀ ਉੱਨਤੀ ਦੀਆਂ ਸਿਖਰਾਂ 'ਤੇ ਪਹੁੰਚ ਗਈ ਸੀ? ਰਾਜਪੂਤ ਕਾਲ ਵਿੱਚ। ਰਾਜਪੂਤ ਕਾਲ ਵਿੱਚ ਸਾਰੀ ਜ਼ਮੀਨ ਦਾ ਮਾਲਕ ਕੌਣ ਹੁੰਦਾ ਸੀ? ਮਹਾਰਾਜਾ। ਮਹਾਰਾਜਾ ਆਪਣੀ ਜ਼ਮੀਨ ਕਿਹਨਾਂ ਵਿੱਚ ਵੰਡ ਦਿੰਦਾ ਸੀ? ਅਧੀਨ ਰਾਜਿਆਂ ਜਾਂ ਸੰਮਤਾਂ ਦੇ ਵਿੱਚ। ਰਾਜਪੂਤਾਂ ਅਧੀਨ ਜ਼ਮੀਨ ਨੂੰ ਕਿਹਨਾਂ ਵਿੱਚ ਵੰਡਿਆ ਹੋਇਆ ਸੀ? ਧਾਰਮਿਕ ਵਿਅਕਤੀਆਂ, ਸਰਕਾਰੀ ਅਫਸਰਾਂ ਅਤੇ ਹੋਰ ਸਥਾਨਿਕ ਸਰਦਾਰਾਂ ਦੇ ਵਿਚਕਾਰ ਜਿਹੜੀ ਜ਼ਮੀਨ ਸੀ ਉਹਨੂੰ ਵੰਡਿਆ ਹੋਇਆ ਸੀਗਾ। ਕਲਹਨ ਨੇ ਕਿਹੜੀ ਪੁਸਤਕ ਲਿਖੀ? ਰਾਜ ਤਰੰਗਣੀ, ਜਿਹਦੇ ਵਿੱਚ ਉਹਨੇ ਕੀ ਆ ਕਸ਼ਮੀਰ ਦਾ ਜਿਹੜਾ ਹੈਗਾ ਵਾ ਵਰਣਨ ਕੀਤਾ ਹੋਇਆ ਵਾ। ਪ੍ਰਿਥਵੀ ਰਾਜ ਰਾਸੋ ਕਿਸ ਦੀ ਰਚਨਾ ਹੈ? ਚੰਦਬਰਦਾਈ ਦੀ। ਵਿਕਰਮਾਂਕਦੇਵ ਚਰਿਤ ਦਾ ਲੇਖਕ ਕੌਣ ਸੀ? ਬਿਲਹਨ। ਉੱਤਰੀ ਭਾਰਤ ਦਾ ਸਾਹਿਤ ਕਿਹੜੀਆਂ ਭਾਸ਼ਾਵਾਂ ਵਿੱਚ ਲਿਖਿਆ ਗਿਆ? ਪੰਜਾਬੀ, ਗੁਜਰਾਤੀ, ਮਰਾਠੀ ਅਤੇ ਬੰਗਾਲੀ ਭਾਸ਼ਾਵਾਂ ਦੇ ਵਿੱਚ ਉੱਤਰੀ ਭਾਰਤ ਆ ਜਿਹੜਾ ਉਹਦਾ ਸਾਹਿਤ ਲਿਖਿਆ ਗਿਆ। ਦੱਖਣੀ ਭਾਰਤ ਦਾ ਸਾਹਿਤ ਕਿਹੜੀਆਂ ਭਾਸ਼ਾਵਾਂ ਵਿੱਚ ਲਿਖਿਆ ਗਿਆ? ਤਾਮਿਲ, ਤੇਲਗੂ ਅਤੇ ਕੰਨੜ ਭਾਸ਼ਾਵਾਂ ਦੇ ਵਿੱਚ ਦੱਖਣੀ ਭਾਰਤ ਦਾ ਜਿਹੜਾ ਸਾਹਿਤ ਆ ਉਹ ਲਿਖਿਆ ਗਿਆ। ਨਵੀਆਂ ਭਾਸ਼ਾਵਾਂ ਲਈ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਗਈ? ਅਪਭ੍ਰੰਸ਼ ਦੀ। ਅਪਭ੍ਰੰਸ਼ ਦਾ ਅਰਥ ਕੀ ਹੈ? ਭ੍ਰਸ਼ਟ ਹੋਣਾ। ਸੰਮਤੀ ਪ੍ਰਬੰਧ ਕਾਰਨ ਕਿਸ ਦੀ ਹਾਲਤ ਮਾੜੀ ਹੋ ਗਈ? ਕਿਸਾਨਾਂ ਦੀ। ਰਾਜਪੂਤਾਂ ਦੇ ਰਾਜ ਦਾ ਮੁਖੀ ਕੌਣ ਹੁੰਦਾ ਸੀ? ਰਾਜਾ। ਦੇਖੋ ਰਾਜਪੂਤ ਰਾਜ ਜਿਹੜਾ ਹੁੰਦਾ ਸੀ ਉਹਦੇ ਵਿੱਚ ਮੁਖੀ ਕੌਣ ਹੁੰਦਾ ਸੀ? ਰਾਜਾ ਹੁੰਦਾ ਸੀਗਾ, ਠੀਕ ਹੈ। ਹੁਣ ਉਹਨਾਂ ਦੀਆਂ ਸਾਰੀਆਂ ਸ਼ਕਤੀਆਂ ਕੀ ਸੀਗੀਆਂ? ਕਹਿੰਦੇ ਕਿਸੇ ਵੀ ਤਾਨਾਸ਼ਾਹ ਤੋਂ ਘੱਟ ਨਹੀਂ ਸੀਗੇ। ਯੁੱਧ ਵਿੱਚ ਆਪਣੀ ਸੈਨਾ ਦੀ ਉਹ ਅਗਵਾਈ ਕਰਦੇ ਸੀਗੇ, ਠੀਕ ਹੈ, ਅਤੇ ਨਾਲ ਹੀ ਕੀ ਕਰਦੇ ਸੀ ਕਿ ਉਹ ਰਾਜ ਦੇ ਮੁੱਖ ਨਿਆਂਧੀਸ਼ ਵਜੋਂ ਵੀ ਕੰਮ ਕਰਦੇ ਸੀਗੇ ਅਤੇ ਜਿਹੜੇ ਵੀ ਫੈਸਲੇ ਹੁੰਦੇ ਸੀ ਉਹਨਾਂ 'ਤੇ ਅੰਤਿਮ ਜਿਹੜਾ ਫੈਸਲਾ ਦੇਣਾ ਹੁੰਦਾ ਸੀ ਉਹ ਵੀ ਰਾਜੇ ਦਿੰਦੇ ਸੀਗੇ। ਇਹ ਤੋਂ ਬਿਨਾਂ ਆਪਣੇ ਜਿਹੜੇ ਹੋਰ ਮਤਲਬ ਦਰਬਾਰ ਦੇ ਵਿੱਚ ਅਹੁਦੇ ਹੁੰਦੇ ਸੀਗੇ ਉਹਨਾਂ ਦੀ ਨਿਯੁਕਤੀ ਵੀ ਰਾਜਾ ਖੁਦ ਕਰਦਾ ਹੁੰਦਾ ਸੀ। ਅੱਗੇ ਦਿੱਤੇ ਹੋਏ ਆ। ਰਾਜਪੂਤ ਕਾਲ ਵਿੱਚ ਰਾਜੇ ਦਾ ਕੀ ਕੰਮ ਸੀ? ਰਾਜ ਦਾ ਮੁਖੀ ਹੁੰਦਾ ਸੀ, ਸੈਨਾ ਦੀ ਅਗਵਾਈ ਕਰਦਾ ਸੀ, ਮੁੱਖ ਨਿਆਂਧੀਸ਼ ਵਜੋਂ ਕੰਮ ਕਰਦਾ ਸੀ। ਅੱਗੇ ਕੀ ਆ ਇੱਥੇ ਜਿਹੜਾ ਮਿਸਪ੍ਰਿੰਟ ਹੋਇਆ ਵਾ, ਅਹੁਦਿਆਂ ਦੀ ਨਿਯੁਕਤੀ ਕਰਦਾ ਸੀ, ਠੀਕ ਹੈ, ਅਹੁਦਿਆਂ 'ਤੇ ਨਿਯੁਕਤੀ ਕਰਦਾ ਸੀ। ਰਾਜੇ ਤੋਂ ਬਾਅਦ ਸ਼ਾਸਨ ਪ੍ਰਬੰਧ ਵਿੱਚ ਦੂਸਰਾ ਮਹੱਤਵਪੂਰਨ ਸਥਾਨ ਕਿਸ ਦਾ ਹੁੰਦਾ ਸੀ? ਯੁਵਰਾਜ ਦਾ। ਯੁਵਰਾਜ ਜਿਹੜਾ ਹੁੰਦਾ ਸੀ ਉਹਦਾ ਸੈਕਿੰਡ ਸਥਾਨ ਹੁੰਦਾ ਸੀਗਾ, ਜਾਂ ਇਹ ਤੋਂ ਬਿਨਾਂ ਉਹਦੀਆਂ ਜਿਹੜੀਆਂ ਪਟਰਾਣੀਆਂ ਹੁੰਦੀਆਂ ਸੀਗੀਆਂ। ਯੁਵਰਾਜ ਕੌਣ ਹੁੰਦਾ ਸੀ? ਰਾਜੇ ਦਾ ਵੱਡਾ ਪੁੱਤਰ। ਦਾਨ ਦੇਣ ਦਾ ਕੰਮ ਕੌਣ ਕਰਦੀਆਂ ਸਨ? ਪਟਰਾਣੀਆਂ। ਰਾਜਪੂਤ ਕਾਲ ਵਿੱਚ ਪ੍ਰਧਾਨ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ? ਮਹਾਮੰਤਰੀ। ਸੈਨਾ ਦਾ ਮੁਖੀ ਕੌਣ ਹੁੰਦਾ ਸੀ? ਸੈਨਾਪਤੀ। ਵਿਦੇਸ਼ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ? ਸੰਧੀ ਵਿਗ੍ਰਹਿਕ। ਧਾਰਮਿਕ ਮੰਤਰੀ ਕੌਣ ਹੁੰਦਾ ਸੀ? ਮਹਾਪੁਰੋਹਿਤ। ਲੇਖਾ ਜੋਖਾ ਮੰਤਰੀ ਨੂੰ ਕੀ ਆਖਦੇ ਸਨ? ਅਕਸ਼ ਪਟਾਲਿਕਾ। ਰਾਜ ਦਰਬਾਰ ਦਾ ਮੰਤਰੀ ਕੌਣ ਹੁੰਦਾ ਸੀ? ਦੁਬਾਰਿਕਾ। ਇਹ ਸਾਰੇ ਆਪਾਂ ਰਾਜਪੂਤ ਪੀਰੀਅਡ ਦੇ ਜਿਹੜੇ ਮੰਤਰੀ ਪੜ੍ਹ ਰਹੇ ਹਾਂ। ਰਾਜਪੂਤ ਰਾਜਿਆਂ ਨੇ ਰਾਜਾਂ ਨੂੰ ਅੱਗੇ ਕਿਹਨਾਂ ਵਿੱਚ ਵੰਡਿਆ ਹੋਇਆ ਸੀ? ਵਿਸ਼ਾਂ ਵਿੱਚ। ਵਿਸ਼ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਵਿਸ਼ਪਤੀ। ਵਿਸ਼ਪਤੀ ਦਾ ਕੰਮ ਕੀ ਹੁੰਦਾ ਸੀ? ਆਪਣੇ ਇਲਾਕੇ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ। ਵਿਸ਼ ਅੱਗੇ ਕਿਹਨਾਂ ਵਿੱਚ ਵੰਡੇ ਹੋਏ ਸਨ? ਨਗਰਾਂ ਵਿੱਚ। ਨਗਰ ਕਿਹਨਾਂ ਦੇ ਅਧੀਨ ਹੁੰਦੇ ਸਨ? ਰਕਸ਼ਕਾਂ ਦੇ ਅਧੀਨ।
ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕੀ ਹੁੰਦੀ ਸੀ? ਪਿੰਡ। ਪਿੰਡ ਦਾ ਪ੍ਰਬੰਧ ਕਿਸ ਦੇ ਅਧੀਨ ਹੁੰਦਾ ਸੀ? ਲੰਬੜਦਾਰ ਦੇ। ਪਿੰਡ ਦੀਆਂ ਸਮੱਸਿਆਵਾਂ ਕੌਣ ਹੱਲ ਕਰਦਾ ਸੀ? ਪੰਚਾਇਤਾਂ। ਰਾਜਪੂਤਾਂ ਦੇ ਰਾਜਨੀਤਿਕ ਸੰਗਠਨ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਸੀ? ਸੰਮਤੀ ਪ੍ਰਬੰਧ। ਰਾਜਪੂਤ ਰਾਜੇ ਰਾਜ ਦੀਆਂ ਵੱਡੀਆਂ ਵੱਡੀਆਂ ਜਾਗੀਰਾਂ ਕਿਹਨਾਂ ਵਿੱਚ ਵੰਡ ਦਿੰਦੇ ਸਨ? ਸਾਮੰਤਾਂ ਵਿੱਚ। ਸਾਮੰਤਾਂ ਨੂੰ ਕਿਹੜੇ ਅਧਿਕਾਰ ਪ੍ਰਾਪਤ ਸਨ? ਉਹ ਆਪਣੀਆਂ ਜਾਗੀਰਾਂ ਅਤੇ ਸ਼ਾਂਤੀ ਵਿਵਸਥਾ ਬਣਾਈ ਰੱਖਣਾ, ਇਹ ਜਿਹੜਾ ਸੀਗਾ ਉਹਨਾਂ ਦਾ ਮੇਨ ਕੰਮ ਹੁੰਦਾ ਸੀਗਾ। ਇਹ ਤੋਂ ਬਿਨਾਂ ਘਰ ਇਕੱਠਾ ਕਰਨਾ, ਠੀਕ ਹੈ, ਨਿਆਂ ਕਰਨ ਦਾ ਅਧਿਕਾਰ ਵੀ ਸੀਗਾ ਉਹਨਾਂ ਨੂੰ, ਅਤੇ ਲੜਾਈ ਦੇ ਸਮੇਂ ਕੀ ਸੀਗਾ, ਉਹ ਰਾਜੇ ਨੂੰ ਸੈਨਿਕ ਸਹਾਇਤਾ ਵੀ ਦਿੰਦੇ ਸੀਗੇ। ਰਾਜਪੂਤ ਸ਼ਾਸਕਾਂ ਦੀ ਆਮਦਨ ਦਾ ਮੁੱਖ ਸੋਮਾ ਕੀ ਸੀ? ਭੂਮੀ ਕਰ ਜਾਂ ਭੂਮੀ ਲਗਾਨ। ਰਾਜਪੂਤ ਕਾਲ ਵਿੱਚ ਭੂਮੀ ਲਗਾਨ ਨੂੰ ਕੀ ਕਿਹਾ ਜਾਂਦਾ ਸੀ? ਭਾਗ। ਰਾਜਪੂਤ ਕਾਲ ਵਿੱਚ ਭੂਮੀ ਕਰ ਕਿੰਨਾ ਲਿਆ ਜਾਂਦਾ ਸੀ? 1/6ਵਾਂ ਹਿੱਸਾ। ਰਾਜਪੂਤ ਕਾਲ ਦੇ ਆਮਦਨ ਦੇ ਹੋਰ ਸਾਧਨ ਕਿਹੜੇ ਸਨ? ਚੁੰਗੀ ਕਰ, ਵਪਾਰਕ ਵਸਤਾਂ ਉੱਤੇ ਲਗਾਏ ਗਏ ਕਰ, ਸੰਮਤਾਂ ਤੋਂ ਪ੍ਰਾਪਤ ਕੀਤੇ ਗਏ ਤੋਹਫੇ ਅਤੇ ਯੁੱਧ ਵਿੱਚ ਲੁੱਟੇ ਗਏ ਧਨ ਤੋਂ ਜਿਹੜਾ ਸੀਗਾ ਆਮਦਨ ਹੁੰਦੀ ਸੀਗੀ ਰਾਜ ਨੂੰ। ਰਾਜਪੂਤਾਂ ਦੀ ਸੈਨਾ ਦਾ ਵੱਡਾ ਭਾਗ ਕਿਸ ਦੇ ਅਧੀਨ ਹੁੰਦਾ ਸੀ? ਸੰਮਤਾਂ ਦੇ। ਰਾਜਪੂਤ ਸੈਨਾ ਦੇ ਮੁੱਖ ਅੰਗ ਕਿਹੜੇ ਸਨ? ਹਾਥੀ, ਘੋੜਸਵਾਰ ਅਤੇ ਪੈਦਲ ਸੈਨਿਕ। ਰਾਜਪੂਤ ਸੈਨਿਕਾਂ ਦੇ ਮੁੱਖ ਹਥਿਆਰ ਕਿਹੜੇ ਸਨ? ਤੀਰ ਕਮਾਨ, ਤਲਵਾਰ, ਨੇਜੇ, ਭਾਲੇ ਅਤੇ ਬਰਛੇ ਜਿਹੜੇ ਸੀ ਉਹਨਾਂ ਦੇ ਮੁੱਖ ਹਥਿਆਰ ਹੁੰਦੇ ਸੀਗੇ। ਰਾਜਪੂਤ ਕਿਹਨਾਂ ਨਾਲ ਆਪਣੀਆਂ ਲੜਕੀਆਂ ਦਾ ਵਿਆਹ ਨਹੀਂ ਕਰਦੇ ਸਨ? ਛੋਟੀ ਜਾਤ ਦੇ ਲੋਕਾਂ ਨਾਲ। ਰਾਜਪੂਤ ਕਾਲ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ? ਸਮਾਜ ਵਿੱਚ ਇਸਤਰੀਆਂ ਦਾ ਜਿਹੜਾ ਸੀ ਆਦਰ ਕੀਤਾ ਜਾਂਦਾ ਸੀ। ਇਸਤਰੀਆਂ ਪੜ੍ਹੀਆਂ ਲਿਖੀਆਂ ਹੁੰਦੀਆਂ ਸੀ, ਸਮਾਜਿਕ ਅਤੇ ਧਾਰਮਿਕ ਜੀਵਨ ਵਿੱਚ ਮਹੱਤਵਪੂਰਨ ਭਾਗ ਲੈਂਦੀਆਂ ਸਨ ਅਤੇ ਯੁੱਧ ਵਿੱਚ ਵੀ ਭਾਗ ਲੈਂਦੀਆਂ ਸਨ। ਰਾਜਪੂਤ ਰਾਜੇ ਆਪਣੀਆਂ ਧੀਆਂ ਦੇ ਵਿਆਹ ਲਈ ਕੀ ਕਰਦੇ ਸਨ? ਸੁਅੰਬਰ। ਰਾਜਪੂਤ ਕਾਲ ਵਿੱਚ ਕਿਹੜੇ ਵਿਆਹ ਦਾ ਰਿਵਾਜ ਸੀ? ਇੱਕ ਵਿਆਹ ਦਾ। ਪਤੀ ਦੀ ਮੌਤ ਹੋ ਜਾਣ 'ਤੇ ਰਾਜਪੂਤ ਇਸਤਰੀਆਂ ਕੀ ਕਰਦੀਆਂ ਸਨ? ਪਤੀ ਦੀ ਚਿਤਾ ਵਿੱਚ ਸਤੀ ਹੋ ਜਾਂਦੀਆਂ ਸਨ। ਜੌਹਰ ਪ੍ਰਥਾ ਕੀ ਹੁੰਦੀ ਸੀ? ਦੁਸ਼ਮਣ ਦੇ ਹੱਥ ਆਉਣ ਦੀ ਬਜਾਏ ਰਾਜਪੂਤ ਇਸਤਰੀਆਂ ਵਿਸ਼ਾਲ ਚਿਤਾ ਜਲਾ ਕੇ ਜਿੰਦਾ ਜਲ ਮਰਦੀਆਂ ਸਨ। ਦੇਖੋ ਇਹਦੇ ਵਿੱਚ ਕੀ ਸੀ ਕਿ ਜਦੋਂ ਮਤਲਬ ਇਸਤਰੀਆਂ ਨੂੰ ਪਤਾ ਲੱਗ ਜਾਂਦਾ ਸੀ ਕਿ ਉਹਨਾਂ ਦਾ ਪਤੀ ਹੈ ਜਿਹੜਾ ਯੁੱਧ ਦੇ ਵਿੱਚ ਹਾਰਨ ਵਾਲਾ ਵਾ, ਠੀਕ ਹੈ, ਅਤੇ ਮਰਨ ਵਾਲਾ ਵਾ, ਤਾਂ ਉਹ ਕੀ ਕਰਦੀਆਂ ਸੀ? ਉਹ ਤੋਂ ਪਹਿਲਾਂ ਚਿਤਾ ਜਲਾ ਕੇ ਉਹਦੇ ਵਿੱਚ ਭਸਮ ਹੋ ਜਾਂਦੀਆਂ ਸੀ। ਰਾਜਪੂਤ ਰਣ ਖੇਤਰ ਵਿੱਚ ਕਿਹੜੀ ਚੀਜ਼ ਨੂੰ ਗੌਰਵਮਈ ਸਮਝਦੇ ਸਨ? ਵੀਰਗਤੀ ਪ੍ਰਾਪਤ ਕਰਨ ਨੂੰ। ਰਾਜਪੂਤ ਕਿਹੜੇ ਹਮਲਿਆਂ ਨੂੰ ਕਾਇਰਤਾ ਸਮਝਦੇ ਸਨ? ਸੁੱਤੇ ਹੋਏ, ਨਿਹੱਥੇ ਅਤੇ ਧੋਖੇ ਨਾਲ ਦੁਸ਼ਮਣ ਉੱਤੇ ਹਮਲਾ ਕਰਨ ਨੂੰ, ਤਿੰਨਾਂ ਨੂੰ ਜਿਹੜਾ ਕੀ ਸੀ ਉਹ ਕਾਇਰਤਾ ਸਮਝਦੇ ਸੀ ਕਿ ਨਾ ਕਿਸੇ ਸੁੱਤੇ ਹੋਏ ਪਰਸਨ 'ਤੇ ਹਮਲਾ ਕਰਨਾ, ਨਾ ਹੀ ਕਿਸੇ ਨਿਹੱਥੇ 'ਤੇ ਜਿਹਦੇ ਕੋਲ ਕੋਈ ਹਥਿਆਰ ਨਹੀਂ, ਅਤੇ ਨਾ ਹੀ ਧੋਖੇ ਨਾਲ ਕਿਸੇ ਦੁਸ਼ਮਣ 'ਤੇ ਹਮਲਾ ਕਰਨਾ। ਰਾਜਪੂਤ ਕਿਹੜੀ ਚੀਜ਼ ਨੂੰ ਆਪਣੀ ਸ਼ਾਨ ਦੇ ਵਿਰੁੱਧ ਸਮਝਦੇ ਸਨ? ਝੂਠ ਬੋਲਣ ਨੂੰ। ਰਾਜਪੂਤ ਆਪਣਾ ਮਨੋਰੰਜਨ ਕਿਵੇਂ ਕਰਦੇ ਸਨ? ਰਾਜਿਆਂ ਅਤੇ ਸਾਮੰਤਾਂ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਸੀ। ਆਮ ਲੋਕ ਆਪਣਾ ਮਨੋਰੰਜਨ ਸੰਗੀਤ, ਨਾਚ, ਕੁਸ਼ਤੀਆਂ ਅਤੇ ਸ਼ਤਰੰਜ ਨਾਲ ਕਰਦੇ ਸਨ। ਕਈ ਲੋਕ ਜੂਆ ਵੀ ਖੇਡਦੇ ਸਨ। ਉਤਸਵ ਅਤੇ ਤਿਉਹਾਰਾਂ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਰਾਜਪੂਤ ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਕਰਦੇ ਸਨ? ਕਣਕ, ਚੌਲ, ਜੌਂ, ਜਵਾਰ, ਦਾਲਾਂ, ਫਲ, ਦੁੱਧ, ਦਹੀਂ, ਮੱਖਣ ਅਤੇ ਮਾਂਸ ਦੀ ਵਰਤੋਂ। ਉੱਚ ਵਰਗ ਦੇ ਰਾਜਪੂਤ ਲੋਕ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਦੇ ਸਨ? ਸ਼ਰਾਬ ਅਤੇ ਅਫੀਮ ਦਾ। ਰਾਜਪੂਤ ਲੋਕ ਕਿਹੜੇ ਕੱਪੜਿਆਂ ਦੀ ਵਰਤੋਂ ਕਰਦੇ ਸਨ? ਸੂਤੀ, ਊਨੀ ਅਤੇ ਰੇਸ਼ਮੀ ਕੱਪੜਿਆਂ ਦੀ। ਰਾਜਪੂਤ ਸਮਾਜ ਵਿੱਚ ਕਿਹੜੀਆਂ ਬੁਰਾਈਆਂ ਪ੍ਰਚਲਿਤ ਸਨ? ਲੜਕੀਆਂ ਦੇ ਜਨਮ ਨੂੰ ਚੰਗਾ ਨਹੀਂ ਸਮਝਦੇ ਸਨ, ਜੰਮਦੀਆਂ ਲੜਕੀਆਂ ਨੂੰ ਮਾਰ ਦਿੰਦੇ ਸਨ, ਬਾਲ ਵਿਆਹ ਦੀ ਪ੍ਰਥਾ, ਜਾਤੀ ਪ੍ਰਥਾ ਦਾ ਜਟਿਲ ਰੂਪ ਜਿਹੜਾ ਸੀਗਾ ਉਹਨਾਂ ਦੇ ਟਾਈਮ ਦੇ ਵਿੱਚ, ਏਕਤਾ ਦੀ ਘਾਟ ਸੀਗੀ ਉਹਨਾਂ ਵਿੱਚ, ਉਹਨਾਂ ਨੇ ਕਾਫੀ ਜਿਹੜੀਆਂ ਸੀ ਰਖੇਲਾਂ ਰੱਖੀਆਂ ਹੁੰਦੀਆਂ ਸੀ, ਅਤੇ ਇਹ ਤੋਂ ਬਿਨਾਂ ਜੂਆ ਖੇਡਣ ਦੇ ਵੀ ਉਹ ਸ਼ੌਕੀਨ ਹੁੰਦੇ ਸੀਗੇ। ਰਾਜਪੂਤ ਕਿਹੜੇ ਧਰਮ ਵਿੱਚ ਵਿਸ਼ਵਾਸ ਰੱਖਦੇ ਸਨ? ਹਿੰਦੂ ਧਰਮ ਵਿੱਚ। ਰਾਜਪੂਤ ਕਿਸ ਦੀ ਪੂਜਾ ਕਰਦੇ ਸਨ? ਸ਼ਿਵਜੀ ਅਤੇ ਕਾਲੀ ਦੇਵੀ, ਰਾਮ ਅਤੇ ਕ੍ਰਿਸ਼ਨ ਦੀ। ਰਾਜਪੂਤ ਕਿਹੜੀ ਚੀਜ਼ ਨੂੰ ਬਹੁਤ ਪਵਿੱਤਰ ਸਮਝਦੇ ਸਨ? ਤੀਰਥ ਸਥਾਨਾਂ ਦੀ ਯਾਤਰਾ ਕਰਨ ਅਤੇ ਵਰਤ ਰੱਖਣ ਨੂੰ। ਲਿੰਗਾਇਤ ਮਤ ਦੀ ਸਥਾਪਨਾ ਕਿਸਨੇ ਕੀਤੀ? 12ਵੀਂ ਸਦੀ ਵਿੱਚ ਬਾਸ਼ਵਰਾਜ ਨੇ। ਲਿੰਗਾਇਤ ਮਤ ਨੂੰ ਮੰਨਣ ਵਾਲੇ ਕਿਸ ਦੀ ਪੂਜਾ ਕਰਦੇ ਸਨ? ਸ਼ਿਵਲਿੰਗ ਦੀ।
ਗੋਰਖਨਾਥੀ ਜੋਗੀ ਸ਼ਿਵ ਦੀ ਕਿਸ ਰੂਪ ਵਿੱਚ ਪੂਜਾ ਕਰਦੇ ਸਨ? ਭੈਰਵ ਦੇ ਰੂਪ ਵਿੱਚ। ਰਾਜਪੂਤ ਕਾਲ ਵਿੱਚ ਕਿਹੜਾ ਮੱਤ ਕਾਫੀ ਲੋਕਪ੍ਰਿय ਹੋਇਆ? ਵੈਸ਼ਨਵ ਮੱਤ। ਵੈਸ਼ਨਵ ਮੱਤ ਦੇ ਲੋਕ ਕਿਸ ਦੀ ਪੂਜਾ ਕਰਦੇ ਸਨ? ਵਿਸ਼ਨੂੰ ਅਤੇ ਉਸਦੇ ਅਵਤਾਰਾਂ ਦੀ। ਇਸ ਕਾਲ ਵਿੱਚ ਕਿਸ ਨੂੰ ਵਿਸ਼ਨੂੰ ਦੇ ਅਵਤਾਰ ਸਮਝ ਕੇ ਉਸ ਦੀ ਪੂਜਾ ਕੀਤੀ ਜਾਂਦੀ ਸੀ? ਰਾਮ ਤੇ ਕ੍ਰਿਸ਼ਨ ਨੂੰ ਵਿਸ਼ਨੂੰ ਦਾ ਅਵਤਾਰ ਸਮਝਿਆ ਜਾਂਦਾ ਸੀ ਤੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ। ਵੈਸ਼ਨਵ ਲਹਿਰ ਦੇ ਸਮਰਥਕਾਂ ਵਿੱਚੋਂ ਸਭ ਤੋਂ ਪਹਿਲਾਂ ਨਾਂ ਕਿਸ ਦਾ ਆਉਂਦਾ ਹੈ? ਰਾਮਾਨੁਜ ਦਾ। ਰਾਮਾਨੁਜ ਦਾ ਜਨਮ ਕਦੋਂ ਹੋਇਆ? 1017 ਈਸਵੀ ਵਿੱਚ। ਰਾਮਾਨੁਜ ਦਾ ਜਨਮ ਕਿੱਥੇ ਹੋਇਆ? ਤਿਰੂਪਤੀ, ਤਾਮਿਲਨਾਡੂ ਵਿਖੇ ਇੱਕ ਬ੍ਰਾਹਮਣ ਪਰਿਵਾਰ ਵਿੱਚ। ਰਾਮਾਨੁਜ ਜੀ ਕਿਸ ਨੂੰ ਸਭ ਤੋਂ ਵੱਡੇ ਅਤੇ ਸਰਬਸ਼ਕਤੀਮਾਨ ਸਮਝਦੇ ਸਨ? ਵਿਸ਼ਨੂੰ ਨੂੰ। ਸ਼ੰਕਰਾਚਾਰੀਆ ਕਿਹੜੇ ਸਿਧਾਂਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ? ਅਦਵੈਤ ਸਿਧਾਂਤ ਵਿੱਚ। ਸ਼ੰਕਰਾਚਾਰੀਆ ਅਨੁਸਾਰ ਕਿਸ ਵਿੱਚ ਕੋਈ ਫਰਕ ਨਹੀਂ ਹੈ? ਆਤਮਾ ਤੇ ਪਰਮਾਤਮਾ ਵਿੱਚ। ਸ਼ੰਕਰਾਚਾਰੀਆ ਨੇ ਮੁਕਤੀ ਪ੍ਰਾਪਤੀ ਲਈ ਕਿਸ ਚੀਜ਼ 'ਤੇ ਜ਼ੋਰ ਦਿੱਤਾ ਹੈ? ਕਰਮ, ਗਿਆਨ ਅਤੇ ਭਗਤੀ 'ਤੇ ਜ਼ੋਰ ਦਿੱਤਾ ਹੈ। ਕਿਸ ਨੂੰ ਭਗਤੀ ਲਹਿਰ ਦਾ ਜਨਮਦਾਤਾ ਮੰਨਿਆ ਜਾਂਦਾ ਹੈ? ਸ਼ੰਕਰਾਚਾਰੀਆ ਨੂੰ। ਰਾਜਪੂਤ ਕਾਲ ਵਿੱਚ ਕਿਹੜੀਆਂ ਦੇਵੀਆਂ ਦੀ ਪੂਜਾ ਕੀਤੀ ਜਾਂਦੀ ਸੀ? ਪਾਰਬਤੀ, ਦੁਰਗਾ, ਲਕਸ਼ਮੀ, ਸਰਸਵਤੀ, ਭਵਾਨੀ, ਚੰਡਿਕਾ ਅਤੇ ਅੰਬਿਕਾ ਨਾਂ ਦੀਆਂ ਜਿਹੜੀਆਂ ਦੇਵੀਆਂ ਸੀ ਇਹਨਾਂ ਦੀ ਪੂਜਾ ਕੀਤੀ ਜਾਂਦੀ ਸੀ। ਰਾਜਪੂਤ ਕਾਲ ਵਿੱਚ ਦੇਵੀਆਂ ਨੂੰ ਕਿਸ ਦਾ ਪ੍ਰਤੀਕ ਸਮਝਿਆ ਜਾਂਦਾ ਸੀ? ਮਾਤਰੀ ਸ਼ਕਤੀ ਦਾ। ਰਾਜਪੂਤ ਕਾਲ ਸਮੇਂ ਕਿਹੜੇ ਧਰਮ ਅਲੋਪ ਹੋ ਗਏ? ਬੁੱਧ ਧਰਮ ਤੇ ਜੈਨ ਧਰਮ। ਰਾਜਪੂਤ ਕਾਲ ਵਿੱਚ ਕਿਹੜੀਆਂ ਥਾਵਾਂ 'ਤੇ ਜੈਨ ਧਰਮ ਪ੍ਰਚਲਿਤ ਸੀ? ਕਰਨਾਟਕ, ਗੁਜਰਾਤ ਅਤੇ ਰਾਜਸਥਾਨ ਦੇ ਕੁਝ ਲੋਕਾਂ ਅਤੇ ਵਪਾਰੀ ਵਰਗ ਵਿੱਚ। ਗੰਗਈਕੋਂਡ ਚੋਲਪੁਰਮ ਦਾ ਮੰਦਰ ਕਿਸ ਨੇ ਬਣਵਾਇਆ? ਰਜਿੰਦਰ ਪਹਿਲੇ ਨੇ। ਜਗਨਨਾਥਪੁਰੀ ਦਾ ਵਿਸ਼ਨੂੰ ਮੰਦਰ ਕਿੱਥੇ ਸਥਿਤ ਹੈ? ਉੜੀਸਾ ਵਿੱਚ। ਸੂਰਜ ਮੰਦਰ ਤੇ ਸ਼ਿਵ ਦਾ ਮੁਕਤੇਸ਼ਵਰ ਮੰਦਰ ਕਿੱਥੇ ਸਥਿਤ ਹਨ? ਕੋਨਾਰਕ ਵਿੱਚ। ਖੁਜਰਾਹੋ ਦਾ ਮਹਾਦੇਵ ਮੰਦਰ ਕਿੱਥੇ ਸਥਿਤ ਹੈ? ਬੁੰਦੇਲਖੰਡ ਵਿਖੇ। ਜੈਨੀਆਂ ਦਾ ਤੇਜਪਾਲ ਮੰਦਰ ਕਿੱਥੇ ਸਥਿਤ ਹੈ? ਆਬੂ ਪਰਬਤ ਰਾਜਸਥਾਨ ਵਿਖੇ। ਰਾਜਪੂਤ ਕਾਲ ਵਿੱਚ ਬਣੇ ਮੰਦਰਾਂ ਵਿੱਚ ਕਿਸ ਦੇ ਖੂਬਸੂਰਤ ਨਮੂਨੇ ਮਿਲਦੇ ਹਨ? ਮੂਰਤੀਆਂ ਦੇ। ਮੂਰਤੀਆਂ ਕਿਸ ਦੀ ਸਜਾਵਟ ਲਈ ਬਣਾਈਆਂ ਜਾਂਦੀਆਂ ਸਨ? ਮੰਦਰਾਂ ਦੀਆਂ ਦੀਵਾਰਾਂ, ਛੱਤਾਂ, ਖੰਭਿਆਂ ਅਤੇ ਦਰਵਾਜ਼ਿਆਂ ਦੀ ਸਜਾਵਟ ਲਈ। ਇਹ ਮੂਰਤੀਆਂ ਕਿਹਨਾਂ ਦੀਆਂ ਸਨ? ਵਿਸ਼ਨੂੰ, ਸ਼ਿਵ, ਦੁਰਗਾ, ਦੇਵੀ ਦੇਵਤਿਆਂ, ਇਸਤਰੀ ਪੁਰਸ਼ਾਂ, ਪਸ਼ੂ ਪੰਛੀਆਂ ਅਤੇ ਫੁੱਲ ਬੂਟਿਆਂ ਦੀਆਂ। ਚੌਲ ਰਾਜਿਆਂ ਸਮੇਂ ਬਣੀ ਕਿਹੜੀ ਮੂਰਤੀ ਪ੍ਰਸਿੱਧ ਹੈ? ਸ਼ਿਵ ਦੇ ਨਟਰਾਜ ਦੀ ਕਾਂਛੀ ਦੀ ਮੂਰਤੀ। ਰਾਜਪੂਤ ਕਾਲ ਦੀ ਚਿੱਤਰਕਾਰੀ ਦੇ ਖੂਬਸੂਰਤ ਨਮੂਨੇ ਕਿੱਥੋਂ ਮਿਲਦੇ ਹਨ? ਦੱਖਣੀ ਭਾਰਤ ਦੇ ਮੰਦਰਾਂ ਦੀਆਂ ਦੀਵਾਰਾਂ ਅਤੇ ਛੱਤਾਂ ਉੱਤੇ। ਦੀਵਾਰਾਂ ਉੱਤੇ ਕੀਤੀ ਜਾਂਦੀ ਚਿੱਤਰਕਾਰੀ ਦੁਆਰਾ ਕੀ ਦਰਸਾਇਆ ਜਾਂਦਾ ਸੀ? ਰਾਜਿਆਂ ਦਾ ਪੂਰਾ ਜੀਵਨ। ਛੋਟੇ ਜਾਂ ਸੂਖਮ ਚਿੱਤਰ ਕਿਸ ਚੀਜ਼ ਉੱਪਰ ਬਣਾਏ ਜਾਂਦੇ ਸਨ? ਤਾੜ ਦੇ ਪੱਤਿਆਂ ਦੀਆਂ ਕਿਤਾਬਾਂ ਵਿੱਚ। ਤਾੜ ਦੇ ਪੱਤਿਆਂ ਦੀਆਂ ਕਿਤਾਬਾਂ ਵਿੱਚ ਬਣਾਏ ਗਏ ਚਿੱਤਰ ਸ਼ੁਰੂ ਵਿੱਚ ਕਿਸ ਨਾਲ ਸੰਬੰਧਿਤ ਸਨ? ਜੈਨ ਧਰਮ ਨਾਲ। ਲਿੰਗਰਾਜ ਮੰਦਰ ਕਿੱਥੇ ਸਥਿਤ ਹੈ? ਭੁਵਨੇਸ਼ਵਰ। ਰਾਜਸ਼ੇਖਰ ਦੁਆਰਾ ਰਚਿਤ ਗ੍ਰੰਥ ਦਾ ਨਾਂ ਦੱਸੋ? ਕਪੂਰ ਮੰਜਰੀ। ਜੈਦੇਵ ਕਿੱਥੋਂ ਦਾ ਰਾਜ ਕਵੀ ਸੀ? ਬੰਗਾਲ ਦਾ। ਗੀਤ ਗੋਬਿੰਦ ਦੀ ਰਚਨਾ ਕਿਸਨੇ ਕੀਤੀ? ਜੈਦੇਵ ਨੇ। ਭਵਭੂਤੀ ਦੀਆਂ ਪ੍ਰਸਿੱਧ ਰਚਨਾਵਾਂ ਕਿਹੜੀਆਂ ਹਨ? ਉੱਤਰ ਰਾਮਚਰਿਤ, ਭਾਰਤੀ ਮਾਨਵ ਤੇ ਮਹਾਵੀਰ ਚਰਿਤ। ਇਸ ਦੇ ਨਾਲ ਹੀ ਮੇਰੀ ਜਿਹੜੀ ਅੱਜ ਦੀ ਵੀਡੀਓ ਆ ਖਤਮ ਹੁੰਦੀ ਆ। ਆਈ ਹੋਪ ਕਿ ਤੁਹਾਨੂੰ ਇਹ ਲੈਸਨ ਪਸੰਦ ਆਇਆ ਹੋਊਗਾ। ਜੇ ਲੈਸਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।